सिमरो अंगद दुख निकंदन अमरदास गुर हृदय त्यां गुर हृदय त्यां श्री गुरु रामदास गुण गावो श्री अर्जन विघ्नन के नाशक विघ्नन के नाशक हर गोविंद शुभ सुमत प्रकाशक श्री हर राय नमो कर जोरी नमो कर जोरी गुर हर कृष्ण मनाओ बहोरी श्री तेग बहादुर परम कृपाला वाहिगुरु परम कृपाला श्री गुरु गोबिंद सिंह विशाल तरह तरा पर पुन पुन सीसा वाहिगुरु पुन पुन सीसा बंदों बार बार जगदीशा जा में अमृत ज्ञान है माणिक भगत बैराग श्री गुरु ग्रंथ साहिब उदत बंधों कर अनुराग कहाँ बुद्ध प्रभ तुच्छ हमारी भरन सकै महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी। सतनाम श्री वाहिगुरु साहिब जी कबित जोर पाए मेरे पै अका अवास ते निकास दीन आपनो प्रकाश कीन त्रासहीन होए कै निकसो निरासरो मैं आसरो निहार्यो एक सखा हो बडेरे तुम आयो एम जो एक जोर पाए मेरे पै अवास ते निकास दीन। वाहिगुरु जी का खालसा वाहिगुरु जी की फतेह। परम सन्मान योग जुगो जुग अटल चवर छत्र तख्त दे मालिक सतगुरु गुरु ग्रंथ साहिब सच्चे पातशाह महाराज जी दी पावन पवित्र हजूरी अंदर संध्या समय दे सज रहे दीवान विच आप जी संगति रूप अंदर शमूलियत करके हजूर दे सन्मुख बैठ के अमृतमयी बाणी दे कीर्तन सोदा रहरा साहिब दे पाठ बड़े टिका नाल बैठ के श्रवण कर रहे सी। सत्कारयोग गुरु के कीर्तनीय भाई जरनैल सिंह जी ने आप जी नू रब्बी बाणी दा रस भिन्ना कीर्तन श्रवण कराया और इस अस्थान दी जो निता प्रत मर्यादा दे तहत सतगुरु गुरु अर्जन साहब महाराज जी का पवित्र जीवन जो आप जी लड़ीवार कथा दे रूप विच श्रवण कर रहे हो
ਜਿਵੇਂ ਕਿ ਆਪ ਜੀ ਨੇ ਕੱਲ ਦੇ ਦੀਵਾਨ ਵਿੱਚ ਸ਼ਰਵਣ ਕੀਤਾ ਸੀ, ਬਾਬਾ ਪਿਰਥੀਆ ਆਪਣੇ ਅੰਦਰ ਮਚ ਰਹੀ ਈਰਖਾ ਦੀ ਅੱਗ ਦੇ ਵਿੱਚ ਸੜਦਾ ਹੋਇਆ ਦੁਨੀਆ ਦੀਆਂ ਕਦਰਾਂ ਕੀਮਤਾਂ ਨੂੰ ਭੁਲਾ ਕੇ ਮਨੁੱਖਤਾ ਦਾ ਰੁਤਬਾ ਨਾ ਪਛਾਣਦਿਆਂ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਬਾਲ ਉਮਰ ਵਿੱਚ ਦਹੀਂ ਵਿੱਚ ਜ਼ਹਿਰ ਮਿਲਾ ਕੇ ਖਵਾਉਣ ਦਾ ਯਤਨ ਕੀਤਾ ਹੈ। ਸੁਪੇਰੇ ਦੇ ਰਾਹੀਂ ਸੱਪ ਦੁਆਰਾ ਡੰਗ ਮਰਾ ਕੇ ਖਤਮ ਕਰਨ ਦਾ ਯਤਨ ਕੀਤਾ ਹੈ। ਦਾਈ ਨੂੰ ਪੈਸੇ ਦੇ ਕੇ ਵਰਗਲਾ ਕੇ ਆਪਣਾ ਛਲ ਕਰਨਾ ਚਾਹਿਆ ਹੈ, ਪਰ ਗੁਰੂ ਨਾਨਕ ਦੀ ਕਿਰਪਾ ਸਦਕਾ ਬਾਲ ਗੁਰੂ ਹਰਗੋਬਿੰਦ ਹਰ ਵਾਰ ਪਰਮੇਸ਼ਰ ਦੀ ਕਿਰਪਾ ਨਾਲ ਬਚਾਅ ਹੁੰਦਾ ਰਿਹਾ। ਆਸੇ ਪਾਸੇ ਦੀਆਂ ਸਿੱਖ ਸੰਗਤਾਂ ਨੂੰ ਪਤਾ ਲੱਗਣ ਤੇ ਜਦੋਂ ਨਿੰਦਿਆ ਸ਼ੁਰੂ ਹੋਈ, ਸਚਾਈ ਉਗੜ ਕੇ ਸਾਹਮਣੇ ਆਈ, ਸ਼ਰਮ ਦਾ ਮਾਰਾ ਅੰਮ੍ਰਿਤਸਰ ਦੀ ਧਰਤੀ ਨੂੰ ਛੱਡ ਕੇ ਲਾਹੌਰ ਦਰਬਾਰ ਦੀ ਸ਼ਰਨ ਵਿੱਚ ਜਾ ਰਿਹਾ ਸੀ। ਰਸਤੇ ਵਿੱਚ ਹੀ ਪਤਾ ਲੱਗਾ ਮੇਰਾ ਮਿੱਤਰ ਸੁਲਹੀ ਖਾਨ, ਸੁਣਿਆ ਇਸੇ ਹੀ ਪੰਜਾਬ ਦੀ ਧਰਤੀ ਤੇ ਦਿੱਲੀ ਤੋਂ ਚੱਲ ਕੇ ਆਇਆ ਹੈ। ਪੁਰਾਣੀ ਮਿੱਤਰਤਾ ਹੈ, ਕਿਉਂ ਨਾ ਉਹਦੇ ਅੱਗੇ ਤਰਲਾ ਲਿਆ ਜਾਏ, ਹੋ ਸਕਦਾ ਮੈਂ ਗੁਰਤਾ ਗੱਦੀ ਤੇ ਕਾਬਜ ਹੋ ਜਾਵਾਂ। ਜਿਹੜੀਆਂ ਭਟਾਵਾਂ ਆਲੀਸ਼ਾਨ ਹਰ ਮੰਦਰ ਵਿੱਚ ਬੈਠ ਕੇ ਗੁਰੂ ਅਰਜਨ ਸਾਹਿਬ ਸੰਗਤਾਂ ਪਾਸੋਂ ਲੈਂਦੇ ਨੇ, ਕਿਉਂ ਨਾ ਲੋਕ ਮੇਰੇ ਪੈਰਾਂ ਵਿੱਚ ਲਿਆ ਕੇ ਰੱਖਣ। ਇਹੋ ਜਿਹੇ ਝੂਠੇ ਸੁਪਨੇ ਦੇਖਦਿਆਂ ਇਹ ਸੁਲਹੀ ਖਾਨ ਦੇ ਕੋਲ ਪਹੁੰਚ ਗਿਆ। ਉੱਥੇ ਜਾ ਕੇ ਗਿੜਗੜਾਇਆ ਹੈ। ਉਹ ਦਿੱਲੀ ਦਰਬਾਰ ਜਿਹੜਾ ਕਦੇ ਗੁਰੂ ਦੇ ਚਰਨਾਂ ਵਿੱਚ ਚੱਲ ਕੇ ਆਉਂਦਾ ਸੀ, ਗੋਇੰਦਵਾਲ ਆ ਕੇ ਨਮਸਕਾਰਾਂ ਕਰਦਾ ਸੀ, ਅੱਜ ਗੁਰੂ ਘਰ ਦੇ ਵਿੱਚ ਉੱਠ ਕੇ ਬਾਬਾ ਪਿਰਥੀਆ ਦਿੱਲੀ ਦਰਬਾਰ ਦੇ ਅੱਗੇ ਜਾ ਕੇ ਸਿਰ ਝੁਕਾਉਂਦਾ ਹੈ ਤੇ ਜਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਖਤਮ ਕਰਨ ਦੀ ਗੋਂਦ ਗੁੰਦਦਾ ਹੈ, ਉਹ ਅੱਜ ਦੇ ਦੀਵਾਨਾਂ ਅੰਦਰ ਸਰਵਣ ਕਰਾਂਗੇ। ਸਤਿਗੁਰੂ ਆਪ ਕਿਰਪਾ ਕਰਨ, ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਸਰਦਾ ਭਾਵਨਾ ਵਾਲੀ ਸਰੋਤ ਬਖਸ਼ਿਸ਼ ਕਰਨ। ਆਓ ਬੜੇ ਪਿਆਰ ਦੇ ਨਾਲ ਇੱਕ ਵਾਰੀ ਰਸਨਾ ਪਵਿੱਤਰ ਕਰੀਏ। ਸਾਰੇ ਪਿਆਰ ਨਾਲ ਉਚਾਰਨ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋਰ ਪਾਏ ਮੇਰੇ ਪੈ ਆਵਾਸ ਤੇ ਨਿਕਾਸ ਦੀਨ। ਕਹਿਣ ਲੱਗਾ ਸੁਲਹੀ ਖਾਨ ਤੂੰ ਮੇਰਾ ਬੜਾ ਪਿਆਰਾ ਮਿੱਤਰ ਹੈ। ਸੱਚਾਈ ਇਹ ਹੈ ਹਰ ਵਕਤ ਗੁਰੂ ਅਰਜਨ ਸਾਹਿਬ ਮੇਰੇ ਨਾਲ ਧੱਕਾ ਪੈ ਕਰਦੇ ਨੇ। ਉਮਰ ਵਿੱਚ ਮੇਰੇ ਨਾਲੋਂ ਛੋਟੇ ਨੇ, ਮੇਰੇ ਭਰਾਤਾ ਨੇ। ਘਰ ਦਾ ਮੈਂ ਮੁਖੀਆ ਰਿਹਾ। ਲੰਮਾ ਸਮਾਂ ਮੈਂ ਗੁਰੂ ਰਾਮਦਾਸ ਦੇ ਸਮੇਂ ਲੰਗਰ ਦਾ ਪ੍ਰਬੰਧ ਸੰਭਾਲਦਾ ਰਿਹਾ। ਇੱਕ ਇੱਕ ਪੈਸਾ ਮੈਂ ਆਪਣੇ ਹੱਥਾਂ ਨਾਲ ਖਰਚ ਕੀਤਾ ਹੈ। ਮਸੰਦਾਂ ਦੀ ਕਾਰ ਭੇਟ ਮੇਰੇ ਕੋਲ ਆਉਂਦੀ ਰਹੀ ਹੈ। ਅੱਜ ਤੇਰੇ ਇਸ ਰੰਗਲੇ ਸੱਜਣ ਨੂੰ ਉਹ ਦਿਨ ਵੀ ਦੇਖਣੇ ਪੈ ਗਏ ਨੇ ਕਿ ਜਿੰਨਾ ਅੰਮ੍ਰਿਤਸਰ ਦੀ ਉਸਾਰੀ ਵਿੱਚ ਮੈਂ ਯੋਗਦਾਨ ਪਾਇਆ, ਅੱਜ ਮੇਰੇ ਭਰਾ ਨੇ ਮੈਨੂੰ ਉਸ ਘਰ ਨੂੰ ਛੱਡਣ ਵਾਸਤੇ ਮਜਬੂਰ ਕਰ ਦਿੱਤਾ ਹੈ। ਮੈਂ ਦੁਖੀ ਹੋਇਆ ਇਸ ਅੰਮ੍ਰਿਤਸਰ ਦੀ ਧਰਤੀ ਨੂੰ ਛੱਡ ਦਿੱਤਾ ਹੈ। ਆਪਨੋ ਪ੍ਰਕਾਸ਼ ਕੀਨ ਤਰਾਸਹੀਨ ਹੋਏ ਕੈ। ਉਹਦੇ ਅੰਦਰ ਵੀ ਈਰਖਾ ਦੀ ਅੱਗ ਪੈਦਾ ਕਰਨ ਵਾਸਤੇ ਬਾਬਾ ਪਿਰਥੀਆ ਕਹਿੰਦਾ ਮੇਰੇ ਛੋਟੇ ਭਰਾ ਨੂੰ ਡਰ ਕੋਈ ਨਹੀਂ ਹਕੂਮਤ ਦਾ। ਆਪਣੇ ਆਪ ਵਿੱਚ ਗੁਰੂ ਬਣਿਆ ਬੈਠਾ ਹੈ। ਲੋਕ ਭਟਾਵਾਂ ਰੱਖਦੇ ਨੇ ਤੇ ਬੜੀ ਆਨੰਦ ਸੁਖਦਾਈ ਜ਼ਿੰਦਗੀ ਬਤੀਤ ਕਰ ਰਿਹਾ ਹੈ। ਨਿਕਾਸਿਓ ਨਿਰਾਸਰੋ ਮੈਂ ਆਸਰੋ ਨਿਹਾਰਿਓ ਏਕ। ਮੈਂ ਨਿਆਸਰਾ ਹੋ ਕੇ ਅੰਮ੍ਰਿਤਸਰ ਨੂੰ ਛੱਡਿਆ, ਮੇਰੀ ਖੁਸ਼ੀ ਨਹੀਂ ਇਸ ਗੱਲ ਵਿੱਚ, ਪਰ ਇੱਕੋ ਇੱਕ ਦਿੱਲੀ ਦਰਬਾਰ ਦਾ ਮੈਨੂੰ ਆਸਰਾ ਹੈ। ਇਸ ਕਰਕੇ ਮੈਂ ਹੁਣ ਤੇਰੀ ਸ਼ਰਨ ਵਿੱਚ ਆਇਆ ਹਾਂ। ਸਖਾ ਹੋ ਵਡੇਰੇ ਤੁਮ ਆਇਓ ਇਮ ਜੋ ਏਕ। ਮੈਂ ਤੈਨੂੰ ਆਪਣਾ ਸਕਿਆਂ ਭਰਾਵਾਂ ਨਾਲੋਂ ਵੱਧ ਜਾਣਨਾ, ਇਸ ਕਰਕੇ ਮੈਂ ਦੇਖ ਏਡੀ ਦੂਰ ਤੋਂ ਪੈਂਡਾ ਤੈਅ ਕਰਕੇ ਸੁਲਹੀ ਖਾਨ ਤੇਰੇ ਕੋਲ ਆਇਆ ਹਾਂ। ਤੇਰੇ ਬਿਨ ਕੋ ਨਾ ਸਹਾਇਕ ਹਮਾਰੋ ਜਗ। ਮੈਂ ਜਗਤ ਵਿੱਚ ਝਾਤੀ ਮਾਰ ਕੇ ਦੇਖ ਲਿਆ, ਤੇਰੇ ਵਰਗਾ ਸਖਾ ਮਿੱਤਰ ਮੈਨੂੰ ਹੋਰ ਕੋ ਦਿਖਾਈ ਨਹੀਂ ਦਿੱਤਾ।
ਇਸ ਕਰਕੇ ਨਿਰ ਆਸਰਾ ਹੋ ਕੇ ਮੈਂ ਤੇਰਾ ਆਸਰਾ ਤੱਕੇ ਤੇ ਤੇਰੇ ਕੋਲ ਆ ਕੇ ਸ਼ਰਨ ਮੰਗੀ ਹੈ। ਉਹੀ ਕੋ ਅਸੀਸ ਦੇਤ ਨੀਤ ਅਵਲੋਏ ਕੈ। ਅਸਾਂ ਤੇ ਹਮੇਸ਼ਾ ਤੈਨੂੰ ਹੀ ਅਸੀਸਾਂ ਦਿੱਤੀਆਂ ਨੇ, ਤੇਰੀ ਹੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਏ। ਰਾਤ ਦਿਨ ਉਸ ਗੁਰੂ ਅੱਗੇ ਤੇਰੀ ਹੀ ਸੁਖ ਮੰਗੀ ਹੈ। ਗਾਦੀ ਹੈ ਪਿਤਾ ਕੀ ਪਦ ਊਚ ਗੁਰਤਾ ਕੀ ਸ਼ੋਭ। ਬਾਬਾ ਪਿਰਥੀਆ ਕਹਿਣ ਲੱਗਾ, ਸੁਲਹੀ ਖਾਂ ਇਸ ਗੱਲ ਤੋਂ ਤਾਂ ਤੁਸੀਂ ਵੀ ਜਾਣਦੇ ਹੋ ਚੰਗੀ ਤਰ੍ਹਾਂ, ਇਹ ਜੋ ਗੁਰਤਾ ਗੱਦੀ ਦਾ ਰੁਤਬਾ ਬੜਾ ਉੱਚਾ ਹੈ। ਬੜੀ ਭਾਵਨਾ ਦੇ ਨਾਲ ਸਿੱਖ ਸੰਗਤਾਂ ਆਉਂਦੀਆਂ ਨੇ, ਜੋ ਵੀ ਇਸ ਗੱਦੀ ਤੇ ਬਿਰਾਜਮਾਨ ਹੁੰਦਾ ਹੈ ਉਸ ਦੇ ਸਾਹਮਣੇ ਲਿਆ ਕੇ ਭੇਟਾ ਅਰਪਣ ਕਰਦੀਆਂ ਨੇ। ਇਸ ਗੱਦੀ ਦੀ ਮਹਿਮਾ ਬਹੁਤ ਮਹਾਨ ਹੈ। ਮੋਹੀ ਕੋ ਦਿਵਾਏ ਦੇਹੋ ਦੁਆਇਨ ਤੇ ਖੋਏ ਕੈ। ਇਸ ਕਰਕੇ ਸੁਲਹੀ ਖਾਨ ਨੂੰ ਕਹਿਣ ਲੱਗਾ ਪਿਰਥੀਆ ਬਈ ਜੇ ਤੁਸੀਂ ਮੇਰੇ ਭਰਾ ਹੋ ਤੇ ਫਿਰ ਇੱਕ ਕੰਮ ਜ਼ਰੂਰ ਕਰਿਓ। ਇਹ ਬਾਬਾ ਮਹਾਦੇਵ ਤੇ ਗੁਰੂ ਅਰਜਨ ਦੇਵ ਨੂੰ ਕਿਵੇਂ ਨਾ ਕਿਵੇਂ ਜੇਲ੍ਹ ਵਿੱਚ ਬੰਦ ਕਰ ਦਿਓ ਤੇ ਇਹ ਗੁਰਤਾ ਗੱਦੀ ਇਹ ਹਰਮੰਦਰ ਵਿੱਚ ਮੈਂ ਬੈਠਣ ਦਾ ਬੜਾ ਇਸ਼ਕ ਹਾਂ। ਇਸ ਕਰਕੇ ਇਹ ਸੁੱਖਾਂ ਦੀ ਜੋ ਗੱਦੀ ਇਹ ਮੈਨੂੰ ਦਿਵਾ ਦਿਓ। ਸੁਲਹੀ ਪਠਾਨ ਕ੍ਰੋਧ ਧਾਰ ਕੇ ਮਹਾਨ ਭਨੈ। ਹੁਣ ਜਿਸ ਤਰ੍ਹਾਂ ਦੀ ਤਕਰੀਰ ਕੀਤੀ ਸੀ ਬਾਬੇ ਪਿਰਥੀਏ ਨੇ ਤੇ ਅਣਜਾਣ ਬੰਦਾ ਗੁੱਸੇ ਵਿੱਚ ਆ ਜਾਂਦਾ, ਇਹ ਸੁਭਾਵਿਕ ਸੀ। ਉਹਨੇ ਇਸ ਢੰਗ ਦੇ ਨਾਲ ਵਿਚਾਰਾ ਬਣ ਕੇ ਕਿਹਾ ਵੀ ਜਿਸ ਤਰ੍ਹਾਂ ਮੈਂ ਬੜਾ ਭੋਲਾ ਆਦਮੀ ਸਾਂ, ਮੇਰੇ ਨਾਲ ਸਾਰ ਧੱਕਾ ਹੋਇਆ ਹੈ, ਘਰ ਦੀ ਜਾਇਦਾਦ ਤੋਂ ਮੈਨੂੰ ਵੱਖ ਕਰ ਦਿੱਤਾ ਗਿਆ ਹੈ, ਨਿਰ ਆਸਰਾ ਹੋ ਕੇ ਮੈਂ ਹਕੂਮਤ ਦਾ ਆਸਰਾ ਤੱਕਿਆ। ਜਦੋਂ ਇਹ ਗੱਲਾਂ ਸੁਣੀਆਂ ਸੁਲਹੀ ਖਾਨ ਨੂੰ ਸੱਚਮੁੱਚ ਅੰਦਰ ਅੱਗ ਲੱਗ ਉੱਠੀ ਬਈ ਸਾਡੇ ਰਾਜ ਭਾਗਦੇ ਹੁੰਦਿਆਂ ਪਰਜਾ ਦੇ ਵਿੱਚ ਏਡਾ ਵੱਡਾ ਅਨਿਆਂ ਹੋ ਜਾਏ, ਅਸੀਂ ਮਰ ਗਏ ਹਾਂ। ਇਸ ਤਰ੍ਹਾਂ ਦੀ ਅੰਦਰੇ ਅੰਦਰ ਵਿਚਾਰ ਸੋਚਦਾ ਸੁਲਹੀ ਖਾਂ ਗੁੱਸੇ ਦੇ ਨਾਲ ਭਰ ਗਿਆ। ਅਬ ਲਗ ਤੇਰੇ ਸੰਗ ਬਾਦ ਸੋ ਉਠਾ ਵਹੀ। ਸੁਲਹੀ ਖਾਂ ਅੱਖਾਂ ਲਾਲ ਕਰਕੇ ਕਹਿਣ ਲੱਗਾ ਕਿ ਅੱਜ ਤੱਕ ਗੁਰੂ ਅਰਜਨ ਸਾਹਿਬ ਹਮੇਸ਼ਾ ਤੇਰੇ ਨਾਲ ਝਗੜਾ ਹੀ ਕਰਦੇ ਰਹੇ ਨੇ, ਇੱਕ ਦਿਨ ਵੀ ਤੈਨੂੰ ਸੁੱਖ ਨਾਲ ਬਤੀਤ ਨਹੀਂ ਕਰਨ ਦਿੱਤਾ। ਸੱਚਮੁੱਚ ਉਹ ਏਡੇ ਵੱਡੇ ਇਰਖਾਲੂ ਹਨ। ਸਮਝਿਓ ਨਾ ਜੋਰ ਨਾ ਬਿਲੋਕਿਓ ਹਮ ਔਰ ਤਿਨ। ਕਹਿਣ ਲੱਗਾ ਵੀ ਕੀ ਗੱਲ ਗੁਰੂ ਅਰਜਨ ਸਾਹਿਬ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਸਾਰੇ ਦੇਸ਼ ਦੇ ਵਿੱਚ ਸਾਡਾ ਰਾਜ ਹੈ, ਉਹ ਸਾਡੀ ਫੌਜੀ ਤਾਕਤ ਨੂੰ ਜਾਣਦੇ ਨਹੀਂ ਹਨ। ਮਾਲਕ ਮੁਲਕ ਕੋ ਨਾ ਜਾਣ ਤਰਾਸ ਪਾਵਹੀ। ਉਹ ਭੋਰਾ ਵੀ ਸਾਡਾ ਡਰ ਨਹੀਂ ਮੰਨਦੇ। ਜਦੋਂ ਉਹਨਾਂ ਨੂੰ ਪਤਾ ਵੈ ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਇਸ ਸਮੇਂ ਮੁਗਲਿਆ ਸਮਰਾਟ ਨੇ, ਏਡੀ ਸਦੀਆਂ ਤੋਂ ਜੰਮੀ ਹੋਈ ਸਾਡੀ ਹਕੂਮਤ ਦਾ ਉਹ ਭੋਰਾ ਵੀ ਡਰ ਨਹੀਂ ਮੰਨਦੇ। ਤੇਰੇ ਹੇਤ ਗਇਓ ਤਬ ਸਖਾ ਹੈ ਲਗਤ ਨੀਕੇ। ਪੁਰਾਣੀਆਂ ਗੱਲਾਂ ਯਾਦ ਕਰਦਿਆਂ ਸੁਲਹੀ ਖਾਂ ਕਹਿਣ ਲੱਗਾ, ਦੇਖੋ ਮੈਂ ਹਮੇਸ਼ਾ ਤੁਹਾਡਾ ਭਲਾ ਹੀ ਲੋਚਿਆ। ਪਿਛਲੀ ਵਾਰ ਜਦੋਂ ਤੁਸੀਂ ਅਰਜ਼ ਕੀਤੀ ਸੀ, ਕਈ ਸਾਲ ਪਹਿਲਾਂ ਵੀ ਮੈਂ ਅੰਮ੍ਰਿਤਸਰ ਗਿਆ ਸੀ ਤੁਹਾਡੀ ਰੱਖਿਆ ਵਾਸਤੇ। ਉਸ ਸਮੇਂ ਗੁਰੂ ਅਰਜਨ ਸਾਹਿਬ ਡਰਦੇ ਮਾਰੇ ਅੰਮ੍ਰਿਤਸਰ ਨੂੰ ਛੱਡ ਕੇ ਚਲੇ ਗਏ ਸਨ। ਭਾਵਾਂ ਕਿ ਇਤਿਹਾਸ ਪੜ੍ਹਨ ਵਾਲੇ ਸੱਜਣਾਂ ਨੂੰ ਪਤਾ ਹੋਵੇਗਾ ਕਿ ਜਿਸ ਦਿਨ ਤੋਂ ਗੁਰੂ ਅਰਜਨ ਦੇਵ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਸਨ, ਪਿਰਥੀਏ ਨੇ ਉਸੇ ਦਿਨ ਤੋਂ ਹੀ ਈਰਖਾ ਆਰੰਭ ਕੀਤੀ ਸੀ। ਭਾਵਾਂ ਕਿ ਈਰਖਾ ਤੇ ਪਹਿਲਾਂ ਹੀ ਕਰਦਾ ਰਿਹਾ, ਜਦੋਂ ਇਹਨੂੰ ਪਤਾ ਲੱਗ ਰਿਹਾ ਸੀ, ਖਬਰਾਂ ਮਿਲ ਰਹੀਆਂ ਸਨ ਕਿ ਛੋਟੇ ਪੁੱਤਰ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੂੰ ਗੁਰਤਾ ਗੱਦੀ ਦੇ ਸਕਦੇ ਨੇ। ਤੇ ਸੁਲਹੀ ਖਾਂ ਕਹਿਣ ਲੱਗਾ, ਉਸ ਸਮੇਂ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਛੱਡ ਕੇ ਬਡਾਲੀ ਚਲੇ ਗਏ ਸਨ, ਅਸਲ ਵਿੱਚ ਡਰ ਕੇ ਨਹੀਂ, ਇਸ ਝਗੜੇ ਨੂੰ ਟਾਲਣ ਵਾਸਤੇ ਗਏ ਸਨ। ਇਹ ਬੜੀ ਵੱਡੀ ਸਿਆਣਪ ਦਾ ਮੁਜ਼ਾਹਰਾ ਸੀ ਵੀ ਅਜੇ ਕੁਝ ਸਮਾਂ ਹੋਇਆ ਗੁਰੂ ਰਾਮਦਾਸ ਮਹਾਰਾਜ ਪ੍ਰਭੁਪੁਰ ਪਿਆਨਾ ਕੀਤਾ ਹੈ ਤੇ ਮੇਰਾ ਵੱਡਾ ਭਰਾ ਹੈ ਸਿੱਖ ਸੰਗਤਾਂ ਦੇ ਵਿੱਚ ਝਗੜਾ ਖੜਾ ਕਰਦਾ ਹੈ। ਜੇ ਅਸੀਂ ਅੰਮ੍ਰਿਤਸਰ ਜਿੱਦ ਕਰਕੇ ਟਿਕੇ ਰਹੇ, ਸੰਗਤਾਂ ਨੇ ਪਿਆਰ ਦੇ ਵਸ ਪਿਰਥੀਏ ਦੇ ਨਾਲ ਝਗੜਾ ਕਰਨਗੀਆਂ, ਹੋ ਸਕਦਾ ਖੂਨ ਖਰਾਬਾ ਹੋਵੇ। ਭਲਾਈ ਇਸ ਦੇ ਵਿੱਚ ਹੈ, ਜੇ ਭਰਾ ਮੂਰਖਾਂ ਵਾਲੀ ਚਾਲ ਚੱਲਦਾ ਪਿਆ, ਸਾਨੂੰ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ। ਮਹਾਰਾਜ ਨੇ ਆਪਣੇ ਪਰਿਵਾਰ ਨੂੰ ਨਾਲ ਲਿਆ, ਸਿੱਖ ਸੰਗਤਾਂ ਪਿਆਰ ਕਰਦੀਆਂ ਸਨ, ਸਾਰਿਆਂ ਨੂੰ ਲੈ ਕੇ ਗੁਰੂ ਕੀ ਬਡਾਲੀ ਚਲੇ ਗਏ, ਜਿੱਥੇ ਗੁਰੂ ਹਰਗੋਬਿੰਦ ਮਹਾਰਾਜ ਦਾ ਜਨਮ ਅਸਥਾਨ ਬਣਿਆ।
ਉਹ ਸੁਲਹੀ ਖਾਨ ਉਸ ਘਟਨਾ ਨੂੰ ਯਾਦ ਕਰਾਉਂਦਿਆਂ ਬਾਬੇ ਪਿਰਥੀਏ ਨੂੰ ਕਹਿੰਦਾ, ਤੁਹਾਨੂੰ ਪਤਾ ਹੈ ਪਿਛਲੀ ਵਾਰ ਜਦੋਂ ਮੈਂ ਆਇਆ ਸੀ ਤੇ ਗੁਰੂ ਅਰਜਨ ਸਾਹਿਬ ਡਰ ਕੇ ਅੰਮ੍ਰਿਤਸਰ ਛੱਡ ਗਏ ਸਨ। ਗਇਓ ਪੁਰਸ਼ੋਰ ਸੋ ਪ੍ਰਸੰਗ ਬਿਸਰਾਵਹੀ। ਉਹ ਦਿਨ ਉਹਨਾਂ ਨੂੰ ਭੁੱਲ ਗਏ ਜਦੋਂ ਮੈਂ ਅੰਮ੍ਰਿਤਸਰ ਵਿੱਚ ਪੈਰ ਧਰਿਆ ਸੀ ਤੇ ਗੁਰੂ ਅਰਜਨ ਦੇਵ ਇਸ ਧਰਤੀ ਨੂੰ ਹੀ ਛੱਡ ਗਏ ਸਨ। ਦਿਓ ਮੈਂ ਸਜਾਏ ਇਸ ਬਾਤ ਕੀ ਸਮਰੱਥ ਮੋਹੇ। ਕਹਿਣ ਲੱਗਾ ਹੁਣ ਤਾਂ ਮੇਰਾ ਅਹੁਦਾ ਵੀ ਪਹਿਲਾਂ ਨਾਲੋਂ ਵੱਧ ਗਿਆ ਹੈ। ਮੈਂ ਫੌਜਾਂ ਦਾ ਜਰਨੈਲ ਹਾਂ। ਮੇਰੇ ਵਿੱਚ ਇੰਨੀ ਕੁ ਸਮਰੱਥਾ ਹੈ ਕਿ ਬਾਦਸ਼ਾਹ ਨੂੰ ਬਿਨਾਂ ਪੁੱਛੇ ਹੀ ਹੁਣ ਮੈਂ ਗੁਰੂ ਅਰਜਨ ਸਾਹਿਬ ਨੂੰ ਪਕੜ ਕੇ ਸਜ਼ਾ ਦੇ ਸਕਦਾ ਹਾਂ। ਕਉ ਪਾਤਸ਼ਾਹ ਪਾਸ ਜਾਏ ਕੈ ਸੁਣਾਵਹੀ। ਹਾਂ, ਪਹਿਲਾਂ ਤੇ ਮੈਂ ਉਹਨਾਂ ਨੂੰ ਦੰਡ ਦਿਆਂਗਾ, ਸਜ਼ਾ ਦਿਆਂਗਾ ਤੇ ਕੁਝ ਸਮਾਂ ਤਸ਼ੱਦਦ ਕਰਨ ਤੋਂ ਬਾਅਦ ਫਿਰ ਬਾਦਸ਼ਾਹ ਦੇ ਅੱਗੇ ਪੇਸ਼ ਕਰਾਂਗਾ। ਫੇਰ ਗੈਲ ਹੈ ਨਾ ਸੰਦੇਹ ਉਪਜੈ ਹੈ। ਕਹਿਣ ਲੱਗੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਇਹੋ ਜਿਹਾ ਕੇਸ ਬਣਾ ਕੇ ਬਾਦਸ਼ਾਹ ਦੇ ਅੱਗੇ ਲਾਵਾਂਗਾ ਕਿ ਦੁਬਾਰਾ ਜੇਲ੍ਹ ਵਿੱਚੋਂ ਬਾਹਰ ਨਹੀਂ ਆ ਸਕਣਗੇ। ਸਭ ਗੁਰ ਤਾ ਕੋ ਦਹਿ ਤੁਝ ਕੋਏ ਨਾ ਮਿਟਾਵਈ। ਹਾਂ, ਸੁਣ ਮੇਰੀ ਗੱਲ ਬਾਬਾ ਪਿਰਥੀਆ, ਫਿਰ ਤੈਨੂੰ ਇਹੋ ਜਿਹੇ ਜੁਗੋ ਜੁਗ ਅਟਲ ਗੁਰਤਾ ਦਵਾਂ ਕਿ ਦੁਬਾਰਾ ਤੇਰੇ ਰਸਤੇ ਦੇ ਵਿੱਚ ਕੋਈ ਰੋੜਾ ਨਹੀਂ ਬਣੇਗਾ। ਇਹ ਸੁਲਹੀ ਖਾਨ ਦੇ ਬੋਲ ਹਨ। ਅਬ ਮੋਹਿ ਕਾਜ ਸੌਂਪ ਭੇਜਿਓ ਮਾਝੇ ਦੇਸ਼ ਪਰ। ਇਸ ਕਰਕੇ ਮੇਰੀ ਇੱਕ ਬੇਨਤੀ ਵੀ ਹੈ ਕਿ ਇਸ ਵਾਰ ਮੈਨੂੰ ਬਾਦਸ਼ਾਹ ਜਹਾਂਗੀਰ ਨੇ ਜਿਹੜਾ ਇਹ ਜਿਤਨਾ ਵੀ ਮਾਝੇ ਦਾ ਇਲਾਕਾ ਹੈ, ਅੰਮ੍ਰਿਤਸਰ, ਗੁਰਦਾਸਪੁਰ, ਲਾਹੌਰ, ਇਹ ਸਾਰੀ ਧਰਤੀ ਦਾ ਟੈਕਸ ਕਾਰ ਵਿਹਾਰ ਜੋ ਜਜੀਆ ਹੈ ਉਹ ਇਕੱਠਾ ਕਰਨ ਵਾਸਤੇ ਭੇਜਿਆ ਹੈ। ਗਰਭ ਸਰਬ ਕੋ ਮਗਾਵ ਏਕ ਥਾਵਹੀ। ਹਾਂ, ਮੈਂ ਬੜੇ ਲੰਮੇ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਵਿਚਰ ਰਿਹਾ ਤੇ ਮੇਰੀ ਇਹੀ ਕੋਸ਼ਿਸ਼ ਹੈ ਕਿ ਛੇਤੀ ਤੋਂ ਛੇਤੀ ਸਾਰਾ ਮਾਮਲਾ ਉਗਰਾ ਲਿਆ ਜਾਵੇ। ਕਰੋ ਉਗਰਾਹੀ ਬ੍ਰਿੰਦ ਪੈਸੇ ਪਾਤਸ਼ਾਹੀ ਲੈਵਾਂ। ਹਾਂ, ਇਸ ਕਰਕੇ ਜਦੋਂ ਮੈਂ ਸਾਰਾ ਕਾਰ ਵਿਹਾਰ ਇਕੱਠਾ ਕਰ ਲਵਾਂਗਾ, ਸਾਰੇ ਪੈਸੇ ਇਕੱਠੇ ਕਰਕੇ ਫਿਰ ਮੈਂ ਵਾਪਸ ਬਾਦਸ਼ਾਹ ਦੇ ਕੋਲ ਜਦੋਂ ਦਿੱਲੀ ਜਾਵਾਂਗਾ। ਰਹੂੰ ਚਿਰਕਾਲ ਮੈਂ ਵਿਸਾਲ ਧਨ ਪਾਵਈ। ਹਾਂ, ਮੈਂ ਲੰਮੇ ਸਮੇਂ ਤੋਂ ਇਸ ਧਰਤੀ ਤੇ ਆ ਕੇ ਠਹਿਰਿਆ ਹੋਇਆ, ਇਸ ਕਰਕੇ ਤਕਰੀਬਨ ਸਾਰਾ ਕਾਰ ਵਿਹਾਰ ਮੈਂ ਕਰ ਲਿਆ। ਵੱਡੀ ਗਿਣਤੀ ਦੇ ਵਿੱਚ ਮੈਂ ਟੈਕਸ ਇਕੱਠਾ ਕਰ ਲਿਆ ਹੈ। ਫੇਰ ਦਿੱਲੀ ਜਾਵਈ ਪ੍ਰਸੰਗ ਕੋ ਸੁਣਾਵਈ। ਹਾਂ, ਫਿਰ ਮੈਂ ਜਦੋਂ ਵਾਪਸ ਦਿੱਲੀ ਜਾਵਾਂਗਾ ਨਾ, ਉੱਥੇ ਜਾ ਕੇ ਫਿਰ ਬਾਦਸ਼ਾਹ ਨੂੰ ਇਹ ਗੱਲ ਦੱਸਾਂਗਾ ਵੀ ਬਾਬੇ ਪਿਰਥੀਏ ਦੇ ਨਾਲ ਪੰਜਾਬ ਵਿੱਚ ਕਿੱਡਾ ਵੱਡਾ ਧੱਕਾ ਹੋ ਰਿਹਾ ਹੈ। ਗੁਰੂ ਰਾਮਦਾਸ ਮਹਾਰਾਜ ਦੇ ਵੱਡੇ ਸਪੁੱਤਰ ਨੇ ਤੇ ਛੋਟਾ ਭਰਾ ਈਰਖਾ ਵਸ ਹੋ ਕੇ ਉਹਨਾਂ ਨੂੰ ਘਰ ਤੋਂ ਵੀ ਬਾਹਰ ਕੱਢ ਦਿੱਤਾ ਹੈ। ਦਿਲਾਸਾ ਦਿੰਦਾ ਹੈ ਬਾਬੇ ਪਿਰਥੀਏ ਨੂੰ, ਜ਼ਰੂਰ ਤੇਰੀ ਹਮਾਇਤ ਦੇ ਵਿੱਚ ਡਟ ਕੇ ਬੋਲਾਂਗਾ। ਸ਼ਤਾਬ ਬੁਲਵਾਵਈ ਸੋ ਨਿਆਉ ਕੋ ਚੁਕਾਵਈ। ਕਹਿਣ ਲੱਗਾ ਬੜੀ ਛੇਤੀ ਮੈਂ ਉੱਥੋਂ ਚਿੱਠੀ ਬਾਦਸ਼ਾਹ ਦੇ ਕੋਲੋਂ ਲਿਖਵਾ ਕੇ ਗੁਰੂ ਅਰਜਨ ਸਾਹਿਬ ਨੂੰ ਭੇਜ ਦੇਵਾਂਗਾ ਤੇ ਇੱਥੇ ਸਿਪਾਹੀ ਉਹਨਾਂ ਨੂੰ ਬੰਦੀ ਬਣਾ ਕੇ ਦਿੱਲੀ ਦਰਬਾਰ ਵਿੱਚ ਪੇਸ਼ ਕਰਨਗੇ। ਝਗੜੇ ਮਿਟਾਏ ਸਿੱਖ ਸਗਰੇ ਸ਼ਰਨ ਪਾਏ। ਹਾਂ, ਬਾਬਾ ਪਿਰਥੀਆ ਤੇਰੇ ਸਾਰੇ ਝਗੜੇ ਮਿਟਾ ਦਿਆਂਗਾ। ਜਿਤਨੀਆਂ ਵੀ ਸਿੱਖ ਸੰਗਤਾਂ ਆਉਂਦੀਆਂ ਨੇ ਕਾਬਲ ਤੋਂ ਲੈ ਕੇ ਕਸ਼ਮੀਰ ਤੱਕ, ਯਾਦ ਰੱਖ ਸਾਰੀਆਂ ਆ ਕੇ ਤੇਰੇ ਚਰਨਾਂ ਵਿੱਚ ਨਮਸਕਾਰ ਕਰਨਗੀਆਂ। ਨਗਰੇ ਬਿਠਾਏ ਗੁਰੂ ਤੋਹੇ ਕੋ ਬਣਾਵਈ। ਹਾਂ, ਤੈਨੂੰ ਪੂਰਨ ਗੁਰੂ ਬਣਾ ਕੇ ਮੈਂ ਹਰਮੰਦਰ ਸਾਹਿਬ ਦੇ ਵਿੱਚ ਬਿਠਾ ਦਿਆਂਗਾ। ਕਰੋ ਉਪਕਾਰ ਨਿਜ ਸਖਾ ਪੈ ਜਗਤ ਜਾਣੈ। ਲੋਕ ਵੀ ਜਾਣਨਗੇ ਵੀ ਸੱਚਮੁੱਚ ਸੁਲਹੀ ਤੇ ਪਿਰਥੀਏ ਦੀ ਕਿੱਡੀ ਪੱਕੀ ਮਿੱਤਰਤਾ ਸੀ। ਲੋਕ ਜਾਣਨਗੇ ਸੱਚਮੁੱਚ ਮਿੱਤਰਤਾ ਨਿਭਾ ਦਿੱਤੀ ਏ, ਬਾਬੇ ਪਿਰਥੀਏ ਨੂੰ ਗੁਰੂ ਬਣਾ ਦਿੱਤਾ ਹੈ। ਸਗਲ ਉਪਾਇਨ ਕੋ ਲੇਵੋ ਹਰ ਖਾਵਈ। ਆ ਫਿਰ ਤੂੰ ਖੁਸ਼ੀ ਨਾਲ ਜ਼ਿੰਦਗੀ ਦੇ ਦਿਨ ਬਤੀਤ ਕਰਿਆ ਜੇ। ਸਾਰੀਆਂ ਭਟਾਵਾਂ ਰੌਲਾ ਤੇ ਮਾਇਆ ਦਾ ਹੀ ਹੈ ਨਾ ਸਾਰਾ, ਉਹ ਸਾਰੀਆਂ ਤੁਹਾਡੇ ਚਰਨਾਂ ਵਿੱਚ ਲਿਆ ਕੇ ਸੰਗਤਾਂ ਅਰਪਣ ਕਰਨਗੀਆਂ। ਹੋਏ ਕੈ ਅਸ਼ਤਰ ਫਲ ਲੀਜੈ ਮਿੱਤਰ ਹੋਨ ਹੂੰ ਕੋ। ਤੇਰਾ ਕੋਈ ਸ਼ਤਰੂ ਨਹੀਂ ਰਹੇਗਾ, ਕੋਈ ਦੁਸ਼ਮਣ ਨਹੀਂ ਰਹੇਗਾ। ਸੁਰਖਰੂ ਕਰ ਦਿਆਂਗਾ ਤੈਨੂੰ, ਸਾਰੇ ਮਾਰ ਮੁਕਾ ਦਿਆਂਗਾ, ਗੁਰੂ ਬਣਾ ਦਿਆਂਗਾ। ਲੋਕ ਦੇਖਣਗੇ ਕੈਸੀ ਮਿੱਤਰਤਾ ਨਿਭਾਈ ਹੈ। ਐਸ਼ਵਰਜ ਬਚਿੱਤਰ ਪਾਏ ਮੋਦ ਉਪਜਾਵਈ। ਹਾਂ, ਫਿਰ ਸਾਰੀਆਂ
ਇਸ਼ਾਵਾਂ ਤੇ ਪੈਸੇ ਨਾਲ ਹੀ ਪੂਰੀਆਂ ਹੁੰਦੀਆਂ ਨੇ। ਪੈਸਾ ਤੇਰੇ ਕੋਲ ਖੁੱਲਾ ਆਉਣਾ ਚੜਾਵੇ ਦਾ, ਤੂੰ ਜ਼ਿੰਦਗੀ ਦੇ ਸਾਰੇ ਸ਼ੌਂਕ ਪੂਰੇ ਕਰ ਲਵੀਂ। ਕੇਤਕ ਦਿਵਸ ਬਾਸ ਕੀਜੀਏ ਸਮੀਪ ਮੋਹੇ। ਸੋ ਇਸ ਕਰਕੇ ਸੁਲਹੀ ਖਾਂ ਕਹਿਣ ਲੱਗਾ, ਮੇਰੀ ਬੇਨਤੀ ਹੈ ਕੁਝ ਸਮਾਂ ਤੁਹਾਨੂੰ ਜ਼ਰੂਰ ਰੁਕਣਾ ਪਏਗਾ। ਜਿੰਨਾ ਚਿਰ ਮੈਂ ਆਪਣਾ ਕੰਮ ਨਹੀਂ ਸਮੇਟ ਲੈਂਦਾ ਓਨੀ ਦੇਰ ਤੁਸੀਂ ਮੇਰੇ ਕੋਲ ਇਸ ਪਿੰਡ ਹੇਰਾਂ ਦੇ ਵਿੱਚ ਰੁਕ ਜਾਓ। ਕਾਜ ਫਿਰ ਹੋਏ ਤੇਰੋ ਦਿੱਲੀ ਜਬ ਜਾਵਈ। ਹਾਂ, ਜਦੋਂ ਵਾਪਸ ਦਿੱਲੀ ਜਾਵਾਂਗਾ ਉਦੋਂ ਸਾਰੇ ਤੁਹਾਡੇ ਝਗੜੇ ਨਿਬੇੜ ਕੇ ਕਾਰਜ ਪੂਰਨ ਕਰ ਦਿਆਂਗਾ। ਸ਼ਹਿਰ ਜੋ ਗ੍ਰਾਮ ਇਹ ਪਾਤਸ਼ਾਹ ਦੀਨੋ ਮੋਹੇ। ਨਾਲ ਹੀ ਸੁਲਹੀ ਖਾਂ ਕਹਿਣ ਲੱਗਾ, ਬਾਬਾ ਪਿਰਥੀਆ ਜੀ ਇੱਕ ਹੋਰ ਗੱਲ ਹੈ, ਇਹ ਜਿਹੜਾ ਹੇਰਾਂ ਪਿੰਡ ਹੈ ਨਾ, ਪਾਤਸ਼ਾਹ ਦੀਨੋ ਮੋਹੇ। ਹਾਂ, ਪਾਤਸ਼ਾਹ ਜਹਾਂਗੀਰ ਨੇ ਮੈਨੂੰ ਇਹ ਦਿੱਤਾ ਹੋਇਆ ਹੈ, ਮੇਰੇ ਨਾਮ ਲਾਇਆ ਹੈ, ਇਹਦਾ ਮੈਂ ਉਹਨਾਂ ਦੇ ਕੋਲੋਂ ਪਟਾ ਲਿਖਾ ਲਿਆ ਹੈ। ਦੇਵ ਸੋਈ ਤੋਹੇ ਬਾਸ ਸੁਖ ਸੋ ਕਰੀ ਜੀਐ। ਅੱਜ ਮੇਰੀ ਬੇਨਤੀ ਮੰਨੋ, ਜੇ ਉਹਨਾਂ ਨੇ ਤੁਹਾਨੂੰ ਘਰ ਦੇ ਵਿੱਚੋਂ ਕੱਢ ਹੀ ਦਿੱਤਾ ਹੈ, ਤੁਸੀਂ ਵਾਪਸ ਨਹੀਂ ਜਾਣਾ ਹੁਣ ਅੰਮ੍ਰਿਤਸਰ। ਇਸ ਤਰ੍ਹਾਂ ਕਰੋ, ਇਹ ਜਿਹੜਾ ਨਗਰ ਹੈ ਹੇਰਾਂ, ਇਹ ਮੈਨੂੰ ਮਿਲਿਆ ਜਗੀਰ ਵਜੋਂ, ਇਹ ਮੈਂ ਤੁਹਾਨੂੰ ਭੇਟਾ ਕਰਦਾ ਹਾਂ। ਕਰੋ ਗੁਜਰਾਨ ਸਿੱਖ ਸੰਗਤਾਂ ਮਹਾਨ ਹੋਏ। ਇੱਥੇ ਤੁਸੀਂ ਗੁਜਰਾਨ ਕਰੋ, ਤੁਹਾਡਾ ਝਗੜਾ ਵੀ ਕੋਈ ਨਹੀਂ ਰਹੇਗਾ। ਕਿ ਔਰ ਰਸਤੇ ਦੇ ਵਿੱਚ ਪੈਂਦਾ ਹੈ ਅੰਮ੍ਰਿਤਸਰ ਨੂੰ ਜਾਂਦਿਆਂ, ਤੇ ਸਿੱਖ ਸੰਗਤਾਂ ਤੁਹਾਡੇ ਕੋਲ ਆ ਕੇ ਠਹਿਰਨਗੀਆਂ, ਤੁਹਾਡਾ ਵਧੀਆ ਗੁਜ਼ਾਰਾ ਤੁਰ ਪਵੇਗਾ। ਦੂਜਾ ਨਾ ਸਮਾਨ ਪੂਜਾ ਨਿਜ ਕਰ ਵੀ ਜੀਐ। ਕੋਈ ਹੋਰ ਕੋਈ ਇੱਥੇ ਤੁਹਾਡਾ ਵਿਰੋਧੀ ਵੀ ਨਹੀਂ ਜਿਹੜਾ ਤੁਹਾਡੀ ਬਰਾਬਰੀ ਕਰ ਸਕੇ। ਇਸ ਕਰਕੇ ਮਨ ਭਾਉਂਦੀ ਪੂਜਾ ਤੁਸੀਂ ਸੰਗਤਾਂ ਕੋਲੋਂ ਕਰਾ ਸਕਦੇ ਹੋ। ਪ੍ਰਿਥਿਆ ਸੁਣਤ ਮਨ ਆਨੰਦ ਉਪਾਇਓ ਬਹੁ। ਆਨੰਦ ਦੇ ਨਾਲ ਭਰ ਗਿਆ। ਸੁਣਦਿਆਂ ਸਾਰੇ ਬਾਬਾ ਪਿਰਥੀਆ ਬੜਾ ਖੁਸ਼ ਹੋਇਆ ਵੀ ਇਹ ਤਾਂ ਬੜੀ ਵੱਡੀ ਮਨੋਕਾਮਨਾ ਪੂਰਨ ਕਰ ਦਿੱਤੀ, ਪਿੰਡ ਹੀ ਮੈਨੂੰ ਦੇ ਦਿੱਤਾ ਸਾਰਾ। ਸੁਣ ਕੇ ਖੁਸ਼ੀ ਦੇ ਨਾਲ ਉਛਲ ਪਿਆ। ਸੁਲਹੀ ਸੋ ਭਾਖਿਓ ਮੇਰੇ ਬਾਕ ਕੋ ਸੁਣੀ ਜੀਐ। ਨਾਲ ਹੀ ਸੁਲਹੀ ਖਾਨ ਨੂੰ ਕਹਿਣ ਲੱਗਾ ਵੀ ਇੱਕ ਹੋਰ ਇੱਛਾ ਹੈ ਮੇਰੇ ਮਨ ਦੀ, ਉਹ ਵੀ ਮੈਂ ਤੁਹਾਨੂੰ ਦੱਸਦਾ ਹਾਂ। ਸੁਖੀ ਨਿਤ ਥੀ ਜੀਐ ਪ੍ਰਤਾਪ ਮੈਂ ਵਧੀ ਜੀਐ। ਥੋੜੀ ਜਿਹੀ ਉਹਨੂੰ ਹੋਰ ਹਵਾ ਦੇਣ ਵਾਸਤੇ ਕਹਿਣ ਲੱਗਾ, ਪਹਿਲਾਂ ਤੇ ਮੈਂ ਤੈਨੂੰ ਅਸੀਸ ਦੇਣਾ ਵੀ ਤੂੰ ਬੜਾ ਚੰਗਾ ਕੀਤਾ, ਮੈਨੂੰ ਪਿੰਡ ਦੇ ਦਿੱਤਾ ਹੈ, ਤੂੰ ਹਮੇਸ਼ਾ ਵੱਧਦਾ ਫੁੱਲਦਾ ਰਵੇਂ, ਤੇਰਾ ਪ੍ਰਤਾਪ ਸਾਰੀ ਦੁਨੀਆ ਤੇ ਫੈਲ ਜਾਏ। ਮਨੋਰਥ ਪੁਰੀ ਜੀਏ ਸਮੇਤ ਜਸ ਜੀ ਜੀਏ। ਤੇਰਾ ਸਾਰਿਆਂ ਲੋਕਾਂ ਦੇ ਵਿੱਚ ਜਸ ਹੋਵੇ, ਤੇਰੇ ਮਨ ਦੀਆਂ ਭਾਵਨਾਵਾਂ ਪੂਰਨ ਹੋ ਜਾਣ। ਗੁਰੂ ਅੰਗ ਸੰਗ ਹੋਏ ਸੰਕਟ ਨਵਾਰੇ ਸੋਏ। ਤੇਰੇ ਸਾਰੇ ਸੰਕਟ ਦੂਰ ਹੋ ਜਾਣ, ਗੁਰੂ ਤੇਰੇ ਅੰਗ ਸੰਗ ਹੋ ਕੇ ਤੇਰੀ ਸਹਾਇਤਾ ਕਰਨ। ਬੜੋ ਉਪਕਾਰ ਜੋਏ ਮੇਰੇ ਪਰ ਕਿਉਂਕਿ ਤੂੰ ਪਰਉਪਕਾਰੀ ਏਡਾ ਵੱਡਾ ਕਰ ਦਿੱਤਾ ਹੈ, ਸਾਰਾ ਪਿੰਡ ਹੀ ਦਾਨ ਵਿੱਚ ਮੈਨੂੰ ਦੇ ਦਿੱਤਾ ਹੈ। ਦੀਨੋ ਸ਼ੁਭ ਗ੍ਰਾਮ ਕਰੂੰ ਬਾਸ ਬੇਕੋ ਧਾਮ ਇਹ। ਬਾਬਾ ਪਿਰਥੀਆ ਕਹਿਣ ਲੱਗਾ, ਸੱਚਮੁੱਚ ਇਹ ਪਿੰਡ ਬੜਾ ਸੋਹਣਾ ਲੱਗਦਾ ਹੈ ਦੇਖਣ ਵਿੱਚ, ਇੱਥੋਂ ਦੀ ਜ਼ਮੀਨ ਵੀ ਚੰਗੀ ਹੈ। ਮੈਂ ਵੀ ਮਨ ਬਣਾ ਲਿਆ ਵੀ ਹੁਣ ਆਪਣਾ ਪੱਕਾ ਟਿਕਾਣਾ ਇੱਥੇ ਕਰ ਲੈਣਾ ਹੈ, ਘਰ ਬਣਾ ਲੈਣਾ ਹੈ। ਆਠੋ ਜਾਮ ਤੇਰੀ ਸ਼੍ਰੇਅ ਮੁਖ ਤੇ ਬਖਾਨਿਓ। ਬਾਬਾ ਪਿਰਥੀਆ ਕਹਿਣ ਲੱਗਾ, ਸੀ ਤਾਂ ਰਾਤ ਦਿਨ ਅੱਠੇ ਪੈਰ ਤੇਰੀ ਹੀ ਕਲਿਆਣ ਵਾਸਤੇ, ਤੇਰੇ ਹੀ ਸੁਖ ਵਾਸਤੇ ਮਾਲਾ ਫੇਰਦੇ ਆਂ। ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦੇ ਆਂ ਵੀ ਤੂੰ ਸਦਾ ਹੀ ਸੁਖ ਨਾਲ ਵਸੇ। ਇੱਕ ਕਾਮ ਔਰ ਸੁਣ ਤਾਲ ਬਣਵਾਇਓ ਤੈਨ। ਹਾਂ, ਇੱਕ ਕੰਮ ਹੋਰ ਹੈ ਤੇਰੇ ਕਰਨ ਵਾਸਤੇ, ਬੜਾ ਵੱਡਾ ਪੁੰਨ ਹੈ ਜੇ ਤੂੰ ਕਮਾ ਲਵੇਂ। ਉਹ ਇਹ ਹੈ ਕਿ ਅਸੀਂ ਇੱਥੇ ਹੇਰਾਂ ਪਿੰਡ ਦੇ ਵਿੱਚ ਇੱਕ ਦਰਬਾਰ ਸਾਹਿਬ ਦੀ ਬਰਾਬਰੀ ਕਰਨ ਵਾਸਤੇ ਇੱਕ ਤਲਾਬ ਬਣਾਉਣਾ ਹੈ, ਇੱਕ ਸਰੋਵਰ ਬਣਾਉਣ ਦੀ ਮਨ ਦੇ ਵਿੱਚ ਇੱਛਾ ਹੈ। ਆਏ ਸਿੱਖ ਸੰਗਤਾਂ ਮਹਾਨ ਹੀ ਇਸ਼ਨਾਨਿਓ। ਤਾਂ ਕਿ ਜਦੋਂ ਸਿੱਖ ਸੰਗਤਾਂ ਆਉਣਗੀਆਂ, ਜਿਵੇਂ ਅੰਮ੍ਰਿਤਸਰ ਜਾਂਦੀਆਂ ਨੇ, ਇਸ਼ਨਾਨ ਕਰਦੀਆਂ ਨੇ, ਫਿਰ ਅੰਦਰ ਨਮਸਕਾਰ ਕਰਨ ਜਾਂਦੀਆਂ, ਉਸ ਦੇ ਬਰਾਬਰ ਜੇ ਉਹਦੀ ਸਮਤਾ ਬਰਾਬਰੀ ਕਰਨੀ ਹੈ। ਮੈਂ ਚਾਹੁੰਦਾ ਇੱਥੇ ਹੇਰਾਂ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਤਲਾਬ ਬਣਾਇਆ ਜਾਵੇ। ਐਸੇ ਮੇਰੇ ਮਨ ਹੈ ਤੜਾਗ ਕੋ ਬਣਾਏ ਦਿਉ। ਇਸ ਕਰਕੇ ਮੇਰੇ ਮਨ ਦੀ ਇੱਛਾ ਹੈ ਸੁਲਹੀ ਖਾਨ, ਜੇ ਤੂੰ
ਹਾਂ ਦੇ ਵਿੱਚ ਹਾਂ ਮਿਲਾ ਦੇ ਤੇ ਮੈਂ ਇੱਕ ਤਲਾਬ ਹੀ ਇੱਥੇ ਬਣਾ ਦਿਆਂ। ਭਲੀ ਇਹ ਬਾਤ ਹੈ ਮਨੋਰਥ ਉਠਾਨਿਓ। ਸੁਣ ਕੇ ਸੁਲਹੀ ਖਾਂ ਕਹਿਣ ਲੱਗੇ ਤਾਂ ਬੜੀ ਚੰਗੀ ਗੱਲ ਹੈ ਜਿਹੜੀ ਤੁਸੀਂ ਇੱਛਾ ਪ੍ਰਗਟ ਕੀਤੀ ਹੈ। ਉਹੋ ਜੇ ਪ੍ਰਸੰਨ ਆਪ ਨਿਰਮਲ ਜਾਮੈ ਐਸੋ। ਹਾਂ ਇਹ ਤਾਂ ਬੜੀ ਪੁੰਨ ਵਾਲੀ ਗੱਲ ਹੈ ਜੇ ਇਹ ਇੱਥੇ ਸਰੋਵਰ ਬਣ ਜਾਏ ਵਿੱਚ ਨਿਰਮਲ ਜਲ ਭਰ ਦਿੱਤਾ ਜਾਵੇ ਤੇ ਬੜਾ ਸੋਹਣਾ ਬਣ ਸਕਦਾ ਹੈ। ਐਸੋ ਤਾਲ ਸੁੰਦਰ ਵਿਸਾਲ ਬਣ ਜਾਏ ਹੈ। ਹਾਂ ਇਹੋ ਜਿਹਾ ਸੁੰਦਰ ਤਾਲ ਜੋ ਗਰਮੀਆਂ ਦੇ ਵਿੱਚ ਠੰਡੇ ਪਾਣੀ ਨਾਲ ਭਰਿਆ ਰਹੇ, ਲੋਕ ਦੂਰ ਤੋਂ ਚੱਲ ਕੇ ਆਉਣ, ਆ ਕੇ ਇਸ਼ਨਾਨ ਕਰਨ, ਆਪਣੀ ਥਕਾਵਟ ਦੂਰ ਕਰਨ, ਇਹ ਤੋਂ ਵਧੀਆ ਹੋਰ ਪੁੰਨ ਵਾਲਾ ਕਿਹੜਾ ਕਰਮ ਹੋ ਸਕਦਾ ਹੈ। ਸੁਲਹੀ ਨੇ ਭਨਿਓ ਇਹ ਨੀਕੀ ਬਾਤ ਠਾਣੀ ਚਿਤ। ਹਾਂ ਸੁਲਹੀ ਖਾਂ ਕਹਿਣ ਲੱਗੇ ਤੁਹਾਡੀ ਇੱਛਾ ਮੈਨੂੰ ਬੜੀ ਪਸੰਦ ਆਈ, ਤੁਸੀਂ ਬੜਾ ਵਧੀਆ ਮਨੋਰਥ ਪ੍ਰਗਟ ਕੀਤਾ ਹੈ। ਸਭ ਕੋ ਸੁਖਦ ਹੈ ਅਨੇਕ ਨਰ ਨਾਏ ਹੈ। ਹਾਂ ਸਾਰਿਆਂ ਵਾਸਤੇ ਸੁਖਦਾਈ ਗੱਲ ਹੈ, ਸਾਰੇ ਨਰ ਨਾਰੀ ਆ ਕੇ ਇਸ਼ਨਾਨ ਕਰਨਗੇ, ਸੁਖ ਪ੍ਰਾਪਤ ਹੋਏਗਾ। ਖੱਗ ਮ੍ਰਿਗ ਨੀਰ ਪਾਨ ਪੁੰਨ ਹੈ ਮਹਾਨ ਜਾ ਕੋ। ਨਾਲੇ ਦੇਖੋ ਕਿੱਡੇ ਪੁੰਨ ਵਾਲੀ ਗੱਲ ਹੈ, ਜੰਗਲੀ ਜਾਨਵਰ ਹਿਰਨ ਵਗੈਰਾ ਇਤਿਆਦਿ ਆ ਕੇ ਪਾਣੀ ਪੀਣਗੇ, ਜਦੋਂ ਪਿਆਸ ਲੱਗੇਗੀ। ਛੋਟੇ ਛੋਟੇ ਆਕਾਸ਼ ਵਿੱਚ ਉੱਡਣ ਵਾਲੇ ਪੰਛੀ ਪਰਿੰਦੇ ਵੀ ਆ ਕੇ ਕਦੇ ਕਦੇ ਚੁੰਝ ਨਾਲ ਨੀਰ ਨੂੰ ਚੱਖ ਲਿਆ ਕਰਨਗੇ। ਰਚੀਏ ਤੜਾਗ ਚਾਰੂ ਭਾਗ ਤੇ ਸੁਹਾਏ ਹੈ। ਇਸ ਕਰਕੇ ਬੜੀ ਚੰਗੀ ਗੱਲ ਹੈ, ਮੈਂ ਚਾਹੁੰਦਾ ਚੰਗਾ ਗੁਣੀਏ ਦੇ ਵਿੱਚ ਵਧੀਆ ਸੋਹਣਾ ਤਲਾਬ ਸਰੋਵਰ ਬਣ ਜਾਏ। ਜੈਸੀ ਬੜੀ ਸੰਗਤਾਂ ਸੋ ਪ੍ਰੇਮ ਤੇ ਸ਼ਨਾਨੇ ਤਹਾਂ। ਜਦੋਂ ਵੱਡੀ ਗਿਣਤੀ ਵਿੱਚ ਦੂਰ ਦਰਾਂਡੇ ਦੇ ਇਲਾਕਿਆਂ ਤੋਂ ਸੰਗਤਾਂ ਆ ਕੇ ਇਸ਼ਨਾਨ ਕਰਨਗੀਆਂ। ਐਸੇ ਤੇਰੋ ਹੋਏ ਹੈ ਸੋ ਜਸ ਪਸਰਾਏ ਹੈ। ਸੁਲਹੀ ਖਾਂ ਕਹਿਣ ਲੱਗਾ ਫਿਰ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ, ਚਾਰੇ ਕੁੰਟਾਂ ਦੇ ਵਿੱਚ ਤੇਰਾ ਬੜਾ ਜਸ ਹੋਏਗਾ। ਲੋਕ ਗੱਲਾਂ ਕਰਿਆ ਕਰਨਗੇ ਪਿੰਡਾਂ ਵਿੱਚ ਜਾ ਕੇ, ਬਈ ਹੇਰਾਂ ਪਿੰਡ ਦੇ ਵਿੱਚ ਬੜਾ ਸੋਹਣਾ ਸਰੋਵਰ ਹੈ ਔਰ ਇਸ਼ਨਾਨ ਕੀਤਿਆਂ ਉਤੇ ਦੁੱਖ ਦੂਰ ਹੁੰਦੇ ਹਨ। ਐਸੇ ਕਹਿ ਸੁਲਹੀ ਨੇ ਦੀਨ ਸਦਰਬ ਤਬ। ਇਸ ਤਰ੍ਹਾਂ ਕਹਿ ਕੇ ਸੁਲਹੀ ਖਾਨ ਨੇ ਵੀ ਕਰਮ ਬੜਾ ਚੰਗਾ ਕਰਨ ਲੱਗਾ, ਆਪਣੇ ਕੋਲੋਂ ਹੋਰ ਪੈਸਾ ਦੇ ਦਿੱਤਾ, ਕਿਉਂਕਿ ਪੈਸੇ ਤਾਂ ਹੈ ਹੀ ਸਨ, ਇਲਾਕੇ ਦੇ ਵਿੱਚ ਟੈਕਸ ਜੋ ਇਕੱਠਾ ਕਰਦਾ ਪਿਆ ਹੈ। ਮੇਰੋ ਪੁੰਨ ਹੋਏਗੋ ਤੜਾਗ ਬਣ ਜਾਏ ਹੈ। ਸੋ ਇਸ ਕਰਕੇ ਸੁਲਹੀ ਖਾਂ ਕਹਿਣ ਲੱਗੇ ਵੀ ਪੁੰਨ ਮੈਨੂੰ ਹੀ ਲੱਗ ਜਾਵੇ, ਇਸ ਕਰਕੇ ਸਰੋਵਰ ਬਣ ਜਾਏ, ਉਹਦੇ ਵਾਸਤੇ ਮੇਰੇ ਕੋਲੋਂ ਜਿੰਨੇ ਪੈਸੇ ਚਾਹੀਦੇ ਨੇ ਲੈ ਲਵੋ। ਪ੍ਰਿਥੀਏ ਨੇ ਭਾਖ ਕੈ ਪਟਾਸੋ ਲਖਵਾਇਓ ਗ੍ਰਾਮ। ਬਾਬੇ ਪਿਰਥੀਏ ਨੇ ਜਦੋਂ ਦੇਖਿਆ ਵੀ ਸੁਲਹੀ ਖਾਂ ਹੁਣ ਪੂਰਾ ਖੁਸ਼ ਹੈ, ਕਹਿਣ ਲੱਗਾ ਫਿਰ ਇਸ ਤਰ੍ਹਾਂ ਕਰੋ, ਇੱਥੇ ਆਪਾਂ ਮੰਦਿਰ ਵੀ ਬਣਾਵਾਂਗੇ, ਸਰੋਵਰ ਵੀ ਬਣਾਵਾਂਗੇ। ਹੁਣ ਇਹ ਇਲਾਕਾ ਸਾਰਾ ਪਿੰਡ ਹੇਰ, ਇਹਦਾ ਪਟਾ ਜਿਹੜਾ ਹੈ ਇਹ ਸਾਰੀ ਜਾਇਦਾਦ ਮੇਰੇ ਨਾਮ ਲਿਖ ਦਿਓ। ਰਚੇ ਨਿਜ ਧਾਮ ਕੀਨ ਬਾਸ ਸੁਖ ਪਾਏ ਹੈ। ਇੱਥੇ ਮੈਂ ਆਪਣਾ ਘਰ ਬਣਾ ਲਵਾਂਗਾ, ਬਿਨਾਂ ਝਗੜੇ ਤੋਂ ਪਰਿਵਾਰ ਸਮੇਤ ਸੁਖ ਨਾਲ ਬਤੀਤ ਕਰਾਂਗਾ। ਆਵੇ ਲਗਵਾਏ ਨਿਤ ਠਾਣ ਤੋਂ ਉਪਾਏ ਬੜੋ। ਹਾਂ ਫਿਰ ਬਾਬੇ ਪਿਰਥੀਏ ਨੇ ਨਾਲ ਹੀ ਤਿਆਰੀ ਆਰੰਭ ਕਰ ਦਿੱਤੀ, ਸਰੋਵਰ ਨੂੰ ਪੱਕਾ ਕਰਨ ਵਾਸਤੇ, ਪਿੰਡ ਨੂੰ ਵਸਾਉਣ ਵਾਸਤੇ, ਮਕਾਨ ਬਣਾਉਣ ਵਾਸਤੇ ਇੱਟਾਂ ਦੇ ਆਵੇ ਚਾੜ ਦਿੱਤੇ, ਕਿਉਂਕਿ ਤਜਰਬਾ ਤੇ ਹੈ ਹੀ ਸੀ। ਜਦੋਂ ਅੰਮ੍ਰਿਤਸਰ ਵਸਦਾ ਪਿਆ ਸੀ ਸਾਰੀ ਮੁੱਖ ਤਿਆਰੀ ਇਹਦੇ ਕੋਲ ਹੀ ਸੀ, ਪੈਸਾ ਧੇਲਾ ਲੈਣਾ ਦੇਣਾ, ਇੱਟਾਂ ਬਣਾਉਣੀਆਂ, ਮਕਾਨ ਬਣਾਉਣੇ, ਇਹ ਸਾਰੇ ਕਾਹੇ ਦੇ ਤਜਰਬੇ ਕਰਕੇ ਨੇ ਬੜੀ ਛੇਤੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਮਾਤਾ ਕੋ ਚਾਹੇ ਸੁਦਾ ਸਵਰ ਜਿਉ ਸੁਹਾਏ ਹੈ। ਕਹਿਣ ਲੱਗੇ ਅਸਲ ਦੇ ਵਿੱਚ ਈਰਖਾ ਦਾ ਮਾਰੇ ਹੈ, ਹਰਿਮੰਦਰ ਸਾਹਿਬ ਦੀ ਬਰਾਬਰੀ ਕਰਨੀ ਚਾਹੁੰਦਾ ਹੈ। ਜਿਵੇਂ ਉੱਥੇ ਸਰੋਵਰ ਬਣਿਆ ਵਿੱਚ ਹਰਿਮੰਦਰ ਸ਼ੋਭਾ ਪਾ ਰਿਹਾ ਹੈ, ਇਸੇ ਤਰ੍ਹਾਂ ਇਹ ਬਾਬਾ ਪਿਰਥੀਆ ਸਰੋਵਰ ਨੂੰ ਖਦਵਾਉਣਾ ਚਾਹੁੰਦਾ ਹੈ ਤੇ ਵਿੱਚ ਰੂਹਾਨੀਅਤ ਦਾ ਮੰਦਿਰ ਬਣਾਉਣਾ ਚਾਹੁੰਦਾ ਹੈ। ਆਵੇਗੀ ਉਪਾਇਨ ਅਨੇਕ ਹੀ ਪ੍ਰਕਾਰ ਕਰ। ਆਪਣੇ ਮਨ ਦੇ ਵਿੱਚ ਸੋਚਦਾ ਹੈ ਕੁਝ ਮਹੀਨਿਆਂ ਦੀ ਖੇਡ ਹੈ, ਸਰੋਵਰ ਬਣ ਜਾਏਗਾ, ਵਿੱਚ ਮੰਦਿਰ ਬਣ ਜਾਏਗਾ, ਫਿਰ ਬਹੁਤ ਸਾਰੀਆਂ ਸੰਗਤਾਂ ਭੇਟਾਵਾਂ ਲੈ ਕੇ ਆਉਣਗੀਆਂ, ਮੈਂ ਗੁਰੂ ਬਣ ਕੇ ਸੁਖ ਪਾਵਾਂਗਾ। ਮੇਲ ਹੋਏ ਤੀਰਥ ਕੋ ਮਿਲੈ ਸਮੁਦਾਏ ਹੈ। ਹਾਂ ਜਦੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਜਥੇ ਇੱਥੇ ਆਉਣਗੇ, ਸਿੱਖ ਸੰਗਤਾਂ ਦੇ ਇੱਕ ਮਹਾਨ ਤੀਰਥ ਬਣ ਜਾਏਗਾ, ਦੂਰ ਦੂਰ ਤੋਂ ਲੋਕ ਚੱਲ ਕੇ ਆਇਆ ਕਰਨਗੇ। ਦੋਹਰਾ ਲਗਿਓ ਕਰਾਵਣ ਤਾਲ ਕੋ ਧਾਰ ਉਤਸ਼ਾਹ ਵਿਸਾਲ। ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਈਰਖਾ ਦਾ ਮਾਰਿਆ ਬਾਬਾ ਪਿਰਥੀਆ ਗੁਰੂ ਅਰਜਨ ਦੇਵ ਮਹਾਰਾਜ ਦੀ ਬਰਾਬਰੀ ਕਰਨ ਵਾਸਤੇ
ਉਹਨਾਂ ਦੇ ਵਰਗਾ ਸਰੋਵਰ, ਉਹਨਾਂ ਵਰਗਾ ਹਰਮੰਦਰ ਬਣਾਉਣ ਲੱਗਾ ਹੈ। ਖਰਚੈ ਦਰਬ ਸੋ ਸਰਬ ਕੋ, ਗੁਰ ਕੀ ਮਤ ਸਰ ਨਾਲ। ਗੁਰੂ ਘਰ ਦੇ ਨਾਲ ਈਰਖਾ ਕਰਕੇ ਮੱਥਾ ਲਾ ਕੇ ਬੜਾ ਪੈਸਾ ਖਰਚ ਰਿਹਾ ਹੈ ਕਿ ਛੇਤੀ ਤੋਂ ਛੇਤੀ ਹਰਮੰਦਰ ਸਾਹਿਬ ਵਰਗੀ ਮੈਂ ਬਿਲਡਿੰਗ ਤਿਆਰ ਕਰ ਲਵਾਂ। ਕਿਸੇ ਅਦੀਬ ਨੇ ਬੜੇ ਪਿਆਰੇ ਬੋਲ ਕਹੇ ਨੇ, ਕਹਿੰਦੇ ਨੇ ਇਹਨਾਂ ਇੱਟਾਂ ਦੇ ਨਾਲ ਜੇ ਰੂਹਾਨੀਅਤ ਪੈਦਾ ਹੁੰਦੀ, ਜੇ ਹਰਮੰਦਰ ਦੀ ਸ਼ਕਲ ਦੀ ਬਿਲਡਿੰਗ ਬਣਾਇਆ ਸੱਚਮੁੱਚ ਹਰਮੰਦਰ ਦੀ ਕਲਾ ਵਰਤ ਜਾਂਦੀ, ਫਿਰ ਪਰਮੇਸ਼ਰ ਦੇ ਨਾਮ ਨੂੰ, ਉਹਦੇ ਪਿਆਰਿਆਂ ਨੂੰ ਕੌਣ ਯਾਦ ਕਰਦਾ। ਪੈਸੇ ਦੇ ਨਾਲ ਰੂਹਾਨੀਅਤ ਬੰਦਗੀ ਨਹੀਂ ਖਰੀਦੀ ਜਾ ਸਕਦੀ। ਉਹਨੇ ਬੋਲ ਕਹੇ ਨੇ, मस्जिद तो बना ली पल भर में इमा की हरारत वालों ने। कोई ऐसी गल नहीं, बड़ा पैसा है, जुआरियां दे कोल बड़ा पैसा है, नशे का कारोबार करते ने, कोई पैसे की कमी नहीं, जिस तरह का कहोगे गुरुद्वारा बना देंगे, पर एक सिख बनाउण वास्ते पूरा जीवन लग सकता है। मस्जिद तो बना ली पल भर में इमा की हरारत वालों ने, मन अपना पुराना पापी है, बरसों से नमाजी बन न सका। सिख बनना एडा आसान नहीं, गुरुद्वारे बना लेने बड़े सौखे ने, सालां च बन जाणगे, महीनियां विच बन जांदे ने। सिख बनदियां बनदियां कई जीवन लंघ जांदे ने। भाई मनी सिंह साहिब जदों उन्हां दा बंद कटिया जाण लगा, काजी कोल आया, जलाद कट्टण वास्ते टकुआ हथ विच पकड़िया, कोल बैठा है, वास्ता पा के चिट्टे दाड़े दा काजी कहन लगा, भाई मनी सिंह जी, सिख संगतां विच तुहाडा सत्कार बड़ा है, उम्र भी चौखी हो चुकी है, सारे केस चिट्टे हो गए ने, क्यों अपनी जिद नूं पुगा रहे हो, इस्लाम नूं क्यों नहीं कबूल करदे। कुछ वरे जिंदगी बाकी है, आराम दे नाल गुजरान करो, हकूमत कोलों पैसा भी दवा देंगा, रहायश का प्रबंध भी कर देंगा। भाई साहब ने जिहड़ा जवाब दिता बड़े कमाल दा सी। कहन लगे, काजी तू इस शरीर का वास्ता पाया, इस उम्र का वास्ता पाया, याद रख ये शरीर पता नहीं मैनू किन्नी बारी मिलिया होएगा अगे, पर ये जिहड़ी सिੱਖੀ इस वार प्राप्त हुई, ये हर जन्म विच नहीं मिलती हुंदी। बड़े कर्म चंगे होण ते सिखां दे घर विच जन्म मिलदा है, उस करते पुरख दी रहमत हो जाए ते फिर किते जाके अमृत दी दात मिलदी है, फिर किधरे जाके सिੱਖੀ दे अकीदे ते पुग सकीदा है। प्राचीन पंथ प्रकाश विच उन्हां दे बहुल दर्ज ने। कहन लगे, देही तो आवन जान है, सिੱਖੀ मिले कब कोए। शरीर तो मिल सकता है, चंगियां कर्मां दे नाल मिल जाएगा, पर सिੱਖੀ हर जन्म विच नहीं मिलती हुंदी। सिखां दे घर विच जन्म लैके बाबे पिरथीए दी कोशिश ये है कि शायद पैसे दे नाल हरमंदर बनदे हुंदे ने, पैसिਆਂ दे नाल ਉਹ ਅਨੰਤ ਕਲਾ ਠਾकुर ਦੀ ਕਲਾ ਨੂੰ ਲੱਭ ਸਕੀਦਾ, ਉਹਦੇ ਮਨ ਦਾ ਭਰਮ ਹੈ। ਸ਼੍ਰੀ ਅਰਜਨ ਕੇ ਸਮ ਬਣੋ, ਕਰਤ ਪਖੰਡ ਅਨੇਕ। ਭਾਈ ਸਾਹਿਬ ਕਹਿੰਦੇ ਅਨੇਕਾਂ ਪਖੰਡ ਕਰਦਾ ਹੈ, ਪਹਿਰਾਵਾ ਵੀ ਗੁਰੂ ਅਰਜਨ ਸਾਹਿਬ ਵਰਗਾ ਰੱਖਦਾ ਹੈ, ਚਾਲ ਵੀ ਉਹਨਾਂ ਵਾਲੀ ਚੱਲਦਾ ਹੈ, ਦਸਤਾਰ ਵੀ ਉਹਨਾਂ ਵਾਂਗੂ ਬੰਨ੍ਹਦਾ ਹੈ, ਤੁਰਦਾ ਵੀ ਉਸ ਤਰ੍ਹਾਂ ਹੈ, ਬੋਲਦਾ ਵੀ ਉਸ ਤਰ੍ਹਾਂ ਹੈ। ਅਨੇਕਾਂ ਪਖੰਡ ਕਰ ਰਿਹਾ ਵੀ ਮੈਂ ਗੁਰੂ ਰਾਮ ਅਰਜਨ ਦੇਵ ਮਹਾਰਾਜ ਦੀ ਬਰਾਬਰੀ ਕਰਨੀ ਹੈ। ਅਜਮਤ ਪਾਵੇ ਕਹਾਂ ਤੇ ਗਿਆਨ ਵਿਹੀਨ ਵਿਵੇਕ। ਕਹਿੰਦੇ ਗੱਲ ਤਾਂ ਇੱਥੇ ਆ ਕੇ ਮੁੱਕਦੀ ਏ, ਇਸ ਖੋਟੀ ਬੁੱਧ ਵਾਲੇ ਨੂੰ ਕੋ ਪੁੱਛੇ ਵੀ ਤੂੰ ਬਾਹਰੀ ਭੇਖ ਤੇ ਪਾ ਲਏਗਾ, ਹਰਮੰਦਰ ਦੀ ਬਿਲਡਿੰਗ ਵੀ ਬਣਾ ਲਵੇਂਗਾ, ਸਭ ਕੁਝ ਕਰ ਲਏਗਾ, पर यह याद रख अंदर दी रूहानियत किवें प्राप्त करेगा जो गुरु अर्जन साहब दे अंदर भरी पई है। जिन्हों देख के दादा गुरु ये गल कह रहे ने, दोहता बाणी का बोहता, खेड़दा ते तू भी उसे घर विच ही सैं, उसे ही वेड़े दे विच खेड़दा रहा, तेरे वाल इशारा करके कदे ना कह दिता गुरु अमरदास जी ने तू सब कुछ कर सकदा है, पर याद रख अंदर दी रूहानियत ਇਹ ਦਾਤ ਜੋਤ ਖਸਮ ਹੈ ਵਡਿਆਈ, ਜਿਹਦੇ ਭਾਗਾਂ ਵਿੱਚ ਲਿਖੀ ਹੈ ਧੁਰ ਤੋਂ ਉਹਨੂੰ ਹੀ ਮਿਲਦੀ ਹੈ। ਸ਼੍ਰੀ ਗੁਰ ਸੋ ਮਤ ਸਰ ਧਰਤ, ਰਚਤ ਦੰਭ ਬਹੁ ਭਾਂਤ। ਅਨੇਕਾਂ ਦੰਭ ਕਰਦਾ, ਪਖੰਡ ਕਰਦਾ ਵੀ ਹਰ ਹੀਲੇ ਮੈਂ ਗੁਰੂ ਅਰਜਨ ਸਾਹਿਬ ਜੀ ਦੀ ਬਰਾਬਰੀ ਕਰਨੀ, ਹੁਣ ਵੀ ਚੱਲਦਾ ਹੈ।
ਇਸ ਕਰਕੇ ਕਦੀ ਵੀ ਸਿੱਖ ਢਹਿੰਦੀ ਕਲਾ ਵਿੱਚ ਨਾ ਜਾਵੇ ਬਈ ਹੁਣ ਜ਼ਮਾਨਾ ਬੜਾ ਮਾੜਾ ਆ ਗਿਆ, ਪਹਿਲਾਂ ਹਾਲਾਤ ਚੰਗੇ ਸਨ। ਐਸਾ ਕਦੇ ਨਹੀਂ ਹੋਇਆ। ਲੋਕ ਉਦੋਂ ਵੀ ਇਹ ਗੱਲ ਕਹਿੰਦੇ ਸਨ ਜਦੋਂ ਸਾਹਿਬਜ਼ਾਦੇ ਨੀਹਾਂ ਵਿੱਚ ਖੜਾ ਦਿੱਤੇ ਸਨ। ਬੜਾ ਘੋਰ ਕਲਯੁਗ ਆ ਗਿਆ, ਐਡਾ ਭਿਆਨਕ ਪਾਪ। ਅੱਜ ਵੀ ਇਹ ਗੱਲ ਕਹਿੰਦੇ ਨੇ, ਸਮਾਂ ਬਦਲ ਗਿਆ, ਬੜਾ ਕਲਯੁਗ ਆ ਗਿਆ। ਕਲਯੁਗ ਹਮੇਸ਼ਾ ਤੋਂ ਰਿਹਾ, ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹਜੂਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿਣ ਲੱਗੇ ਸਮਾਂ ਆਉਂਦਾ ਹੈ, ਸਮਾਂ ਲੰਘ ਜਾਂਦਾ ਹੈ, ਪਰ ਈਰਖਾ ਦੇ ਮਾਰੇ ਲੋਕ ਗੁਰੂਆਂ ਦੀ ਬਰਾਬਰੀ ਕਰਦੇ ਨੇ, ਕਿਉਂਕਿ ਟ੍ਰੀਟਮੈਂਟ ਉਹ ਭਾਲਦੇ ਨੇ ਸਿੱਖਾਂ ਦੇ ਕੋਲੋਂ ਵੀ ਕਿਸ ਤਰ੍ਹਾਂ ਭਾਵਨਾ ਦੇ ਨਾਲ ਭਰੇ ਪਏ ਨੇ। ਗੁਰੂ ਇਹਨਾਂ ਨੂੰ ਦਿੰਦਾ ਕੀ, ਉਹ ਤੋਂ ਇੰਨਾ ਬਲਿਹਾਰ ਜਾਂਦੇ ਨੇ। ਕੀ ਦਿੱਤਾ ਸੀ 7 ਮਹੀਨਿਆਂ ਦੇ ਘੇਰੇ ਵਿੱਚ ਆਨੰਦਪੁਰ ਦੇ ਕਿਲੇ ਵਿੱਚ, ਫਿਰ ਵੀ ਉਸ ਤੋਂ ਜਾਨਾਂ ਨਿਸ਼ਾਵਰ ਕਰਦੇ ਪਏ ਨੇ। ਇਹੋ ਜਿਹੀ ਸਾਡੀ ਵੀ ਸਿਕਿਉਰਿਟੀ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੂੰ 5 ਪਿਆਰਿਆਂ ਨੇ ਇੰਨਾ ਪਿਆਰ ਦਿੱਤਾ, ਉਹਨਾਂ ਨੂੰ ਪਿਆਰੇ ਕਹਿ ਕੇ ਸੰਬੋਧਨ ਕਰਦੇ ਰਹੇ। ਆ ਕੀਤਾ ਸੀ ਪਿੱਛੇ ਜੋ ਨੇ ਢੌਂਗ ਰਚਿਆ ਸੀ ਗੁਰੂ ਗੋਬਿੰਦ ਸਿੰਘ ਦੀ ਬਰਾਬਰੀ ਕਰਨ ਦਾ, ਪਰ ਕਿੱਥੇ ਬਰਾਬਰੀ ਹੁੰਦੀ ਹੈ? ਲਿਬਾਸ ਪਾਇਆ ਬਰਾਬਰੀ ਥੋੜੀ ਹੁੰਦੀ ਹੈ। ਹਜੂਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅੰਦਰ ਦਾ ਜਿਹਨੂੰ ਰੰਗ ਲੱਗ ਜਾਏ ਉਹਨੂੰ ਫਿਰ ਗੁਰੂ ਗੋਬਿੰਦ ਸਿੰਘ ਆਪਣੇ ਵਰਗਾ ਹੀ ਬਣਾ ਲੈਂਦੇ ਨੇ। ਉਹਦੇ ਵਿੱਚ ਭੇਦ ਵੀ ਕੋਈ ਨਹੀਂ ਰੱਖਦੇ। ਹਰ ਕਾ ਸੇਵਕ ਉਹ ਹਰੀ ਦੇ ਵਰਗਾ ਹੀ ਬਣ ਜਾਂਦਾ ਹੈ। ਲਾਗ ਕੜਾਗ ਬਣਾਵਨੇ ਕਹਿ ਕਹਿ ਮਹਿਮਾ ਬਾਤ। ਭਾਈ ਸਾਹਿਬ ਕਹਿੰਦੇ ਜੇ ਕੋਈ ਮਜ਼ਦੂਰ ਇਹਦੇ ਕੋਲ ਆ ਕੇ ਬੈਠ ਜਾਂਦਾ ਹੈ ਪਿਰਥੀ ਇਹਦੇ, ਤੇ ਬੜੀਆਂ ਉੱਚੀਆਂ ਉੱਚੀਆਂ ਛੱਡਦਾ ਹੈ ਉਹਦੇ ਸਾਹਮਣੇ, ਬਈ ਦੇਖਿਓ ਕੁਝ ਦਿਨਾਂ ਦੀ ਖੇਡ ਹੈ, ਤਲਾਬ ਬਣ ਜਾਏਗਾ, ਇੱਥੇ ਤਾਂ ਸੰਗਤਾਂ ਦੀ ਭੀੜ ਨਹੀਂ ਟੁੱਟਣੀ, ਬਹੁਤ ਜ਼ਿਆਦਾ ਲੋਕਾਂ ਨੇ ਆਉਣਾ ਹੈ। ਇਸ ਤਰ੍ਹਾਂ ਲੋਕਾਂ ਦੇ ਨਾਲ ਗੱਲਾਂ ਕਰਕੇ ਉਹਨਾਂ ਨੂੰ ਭਰਮਾ ਰਿਹਾ ਹੈ। ਨਿਸ਼ਾਨੀ ਛੰਦ ਖਰਚਤ ਦਰਬ ਵਿਸਾਲ ਕੋ ਆਵੇ ਲਗਵਾਏ। ਹਾਂ, ਬੜਾ ਪੈਸਾ ਖਰਚ ਰਿਹਾ ਹੈ, ਬੜੀ ਵੱਡੀ ਗਿਣਤੀ ਦੇ ਮਜ਼ਦੂਰ ਲਾ ਕੇ ਰਾਤ ਦਿਨ ਹਰਮੰਦਰ ਸਾਹਿਬ ਵਰਗਾ ਮੰਦਰ ਬਣਾ ਰਿਹਾ ਹੈ। ਬ੍ਰਿੰਦ ਮਿਹਨਤੀ ਲਗ ਪਰੇ ਬਹੁਕਾਰ ਕਰਾਏ। ਹਾਂ, ਜਿਤਨੇ ਵੀ ਮਿਹਨਤੀ ਲੋਕ ਸਨ ਉਹਨਾਂ ਨੂੰ ਤੇ ਦਿਹਾੜੀ ਦੇ ਨਾਲ ਵਾਸਤਾ ਸੀ। ਬੜੇ ਬੜੇ ਕਾਰੀਗਰ ਮਿਸਤਰੀ ਆ ਕੇ ਲੱਗ ਗਏ। ਖਨਿਓ ਤੁਰਤ ਬੜ ਤਾਲ ਕੋ ਮ੍ਰਿਤਕਾ ਨਿਕਸਾਈ। ਹਾਂ, ਕਹਿੰਦੇ ਦੇਖਦਿਆਂ ਦੇਖਦਿਆਂ ਅੱਖਾਂ ਦੇ ਸਾਹਮਣੇ ਮਜ਼ਦੂਰਾਂ ਨੇ ਤਲਾਬ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਹੈ, ਸਰੋਵਰ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਪੁੱਟ ਪੁੱਟ ਕੇ ਮਿੱਟੀ ਬਾਹਰ ਸੁੱਟ ਰਹੇ ਹਨ। ਚਾਹੂੰ ਦਿਸ਼ ਤੇ ਇੱਕ ਸਾਰ ਕਰ ਚਿਣਤੀ ਲਗਵਾਈ। ਔਰ ਕਾਫੀ ਡੂੰਘਾ ਪੁੱਟਣ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਗੁਣੀਏ ਦੇ ਵਿੱਚ ਕਰਕੇ ਇੱਕ ਸਾਰ ਜਿੰਨਾ ਲੰਬਾ ਚੌੜਾ ਦਰਬਾਰ ਸਾਹਿਬ ਦਾ ਸਰੋਵਰ ਸੀ ਉਸ ਦੇ ਬਰਾਬਰ ਦਾ ਰਖਵਾ ਕੇ ਫਿਰ ਇਹਨੂੰ ਪੱਕਿਆਂ ਕਰਨ ਵਾਸਤੇ ਚਣਵਾਈ ਸ਼ੁਰੂ ਕਰ ਦਿੱਤੀ। ਦਿਨ ਸਗਰੇ ਬੈਠਿਓ ਰਹੇ ਕਹਿ ਕਹਿ ਕਰਵਾਵੇ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਆਪ ਕੋਲ ਬੈਠ ਕੇ ਸਰੋਵਰ ਪੱਕਾ ਕਰਾ ਰਹੇ ਸੀ, ਜਿਵੇਂ ਬਾਬਾ ਬੁੱਢਾ ਜੀ ਬੈਠ ਕੇ ਸੇਵਾ ਕਰਾਉਂਦੇ ਸਨ, ਉਹਨਾਂ ਦੀ ਰੀਸ ਕਰਦਾ ਹੈ। ਗੱਦੀ ਲਾ ਕੇ ਇੱਕ ਪਾਸੇ ਬੈਠ ਜਾਂਦਾ ਹੈ ਤੇ ਐਉਂ ਉਂਗਲ ਦੇ ਨਾਲ ਇਸ਼ਾਰਾ ਕਰਕੇ ਹੁਕਮ ਕਰਦਾ ਹੈ ਵੀ ਇਸ ਤਰ੍ਹਾਂ ਦੀਆਂ ਪੌੜੀਆਂ ਬਣਾਓ, ਇਸ ਤਰ੍ਹਾਂ ਸਰੋਵਰ ਨੂੰ ਪੱਕਾ ਕਰੋ। ਬੈਠ ਕੇ ਆਪਣੇ ਅੱਖਾਂ ਦੇ ਸਾਹਮਣੇ ਕਰਾ ਰਿਹਾ ਹੈ। ਦੇ ਮਜ਼ਦੂਰੀ ਸਾਂਝ ਕੋ ਭੁਨ ਸਾਰ ਲਗਾਵੇ। ਸ਼ਾਮ ਸਮੇਂ ਸਾਰਿਆਂ ਨੂੰ ਮਜ਼ਦੂਰੀ ਦੇ ਦਿੰਦਾ ਤੇ ਨਾਲ ਹੀ ਕਹਿ ਦਿੰਦਾ ਵੀ ਸਵੇਰੇ ਦਿਨ ਚੜ੍ਹਦੇ ਸਾਰਿਆਂ ਨੇ ਆ ਜਾਣਾ ਹੈ। ਗਨਕਾਰੀ ਗਰ ਚਿਣਤ ਹੈ ਸੁੰਦਰਤਾ ਸੰਗ। ਭਾਈ ਸਾਹਿਬ ਕਹਿੰਦੇ ਕਾਰੀਗਰ ਵੀ ਬਾਗ ਕਮਾਲ ਦੇ ਲਾਏ ਨੇ ਵੀ ਕਿਸੇ ਪਾਸਿਓਂ ਵੀ ਕਿਸ ਤਰ੍ਹਾਂ ਦੀ ਕੋਈ ਕਮੀ ਨਾ ਰਹਿ ਜਾਵੇ। ਸਿੱਖ ਸੰਗਤਾਂ ਇਹ ਨਾ ਆਖਣ ਕਿ ਹਰਮੰਦਰ ਸਾਹਿਬ ਜ਼ਿਆਦਾ ਪਿਆਰਾ ਬਣਿਆ ਇਹਦੇ ਨਾਲੋਂ। ਇਸ ਕਰਕੇ ਕਾਰੀਗਰਾਂ ਨੂੰ ਮੋਟੀ ਰਕਮ ਦਿੰਦਾ ਹੈ ਤੇ ਆਪਣੀ ਅੱਖਾਂ ਦੇ ਸਾਹਮਣੇ ਬੈਠ ਕੇ ਉਸਾਰੀ ਕਰਾਉਂਦਾ ਹੈ। ਦੇਖ ਦੇਖ ਹਰ ਖੈਰ ਦੇ ਪਰ ਬੜੀ ਉਮੰਗ। ਜਿਉਂ-ਜਿਉਂ ਬਿਲਡਿੰਗ ਉੱਪਰ ਨੂੰ ਜਾਂਦੀ ਹੈ, ਨੀਹਾਂ ਉੱਚੀਆਂ ਉੱਠਦੀਆਂ ਨੇ, ਦੇਖ ਦੇਖ ਕੇ ਸੁਪਨੇ ਦੇਖਦਾ ਹੈ ਵੀ ਹੁਣ ਕੁਝ ਦਿਨਾਂ ਦੀ ਖੇਡ ਬਾਕੀ ਹੈ, ਜਦੋਂ ਮੈਂ ਅੰਦਰ ਗੱਦੀ ਲਾ ਕੇ ਬੈਠਾਂਗਾ ਸਿੱਖ ਸੰਗਤਾਂ ਆ ਕੇ ਮੈਨੂੰ ਮੱਥੇ ਟੇਕਣਗੀਆਂ। ਕਰਤ ਸੁਦਾ ਸਰ ਰੀਸ ਕੋ ਤਿਸ ਹੀ ਬਿਧ ਕੀਨੋ। ਆ ਕਹਿੰਦੇ ਪੂਰੀ ਦਰਬਾਰ ਸਾਹਿਬ ਦੀ ਰੀਸ ਕਰ ਰਿਹਾ ਹੈ। ਗੁਰੂ ਅਮਰਦਾਸ ਗੁਰੂ ਅਰਜਨ ਦੇਵ ਮਹਾਰਾਜ ਦੀ ਬਰਾਬਰੀ ਲੋਚਦਾ ਹੈ। ਮੰਦਰ ਤੀਰ ਤੜਾਗ ਕੇ ਸ਼ੁਭ ਰਚਨਾ ਚੀਨੋ। ਹਾਂ, ਜਿਸ ਤਰ੍ਹਾਂ ਹਰਮੰਦਰ ਸਾਹਿਬ ਦੀ ਬਿਲਡਿੰਗ ਬਣੀ ਹੈ, ਸਰੋਵਰ ਬਣਿਆ, ਉਸ ਤਰ੍ਹਾਂ ਦਾ ਉਤਾਰਾ ਕਰਵਾ
ਦਿੱਤਾ ਹੈ। ਹਰ ਮੰਦਰ ਸਮ ਦਰ ਕਰੇ ਕਹਿ ਆਪ ਬਤਾਵੇ। ਹਾਂ, ਆਪ ਬੋਲ ਬੋਲ ਕੇ ਦੁਨੀਆ ਨੂੰ ਦੱਸਦਾ ਹੈ ਕਿ ਕਿਵੇਂ ਦਰਬਾਰ ਸਾਹਿਬ ਦੀ ਮੈਂ ਬਰਾਬਰੀ ਕਰ ਰਿਹਾ ਹਾਂ। ਕਹਿ ਛਿਪਰ ਕਰਾਵ ਤੋ ਧਨ ਦੇ ਹੁਲ ਸਾਵੇ। ਖੁੱਲੇ ਦਿਲ ਦੇ ਨਾਲ ਮਾਇਆ ਵੰਡਦਾ ਵੀ ਛੇਤੀ ਤੋਂ ਛੇਤੀ ਉਹ ਅੰਦਰ ਈਰਖਾ ਦੀ ਅੱਗ ਲੱਗੀ ਹੋਈ ਹੈ ਨਾ, ਜਰਿਆ ਨਹੀਂ ਜਾਂਦਾ। ਰੋਜ਼ ਸਖ ਸੰਗਤਾਂ ਜਦੋਂ ਵਾਪਸ ਘਰਾਂ ਨੂੰ ਜਾਂਦੀਆਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ, ਉਹ ਲੰਘਦਿਆਂ ਹੋਏ ਕੋਈ ਇੱਕ ਅੱਧਾ ਆਦਮੀ ਇਹਦੇ ਡੇਰੇ ਵਿੱਚ ਦੀ ਵੀ ਲੰਘ ਜਾਂਦਾ, ਫਿਰ ਉਹ ਮਹਿਮਾ ਬਿਆਨ ਕਰਦਾ ਹਰਿਮੰਦਰ ਸਾਹਿਬ ਦੀ, ਜਿਹੜੀ ਇਹਦੇ ਕੋਲ ਜਰੀ ਨਹੀਂ ਜਾਂਦੀ ਵੀ ਛੇਤੀ ਤੋਂ ਛੇਤੀ ਹਰਿਮੰਦਰ ਬਣਾ ਕੇ ਵਿੱਚ ਬੈਠ ਜਾਵਾਂ। ਮਾਨ ਸਰੋਵਰ ਬਿਮਲ ਜਲ ਘਰ ਹੰਸਨ ਕੇਰਾ। ਹੁਣ ਹਰਿਮੰਦਰ ਸਾਹਿਬ ਦੀ ਮਹਿਮਾ ਕਿਹੋ ਜੀ? ਭਾਈ ਸੰਤੋਖ ਸਿੰਘ ਕਹਿੰਦੇ ਉਹਦੀ ਬਰਾਬਰੀ ਕੌਣ ਕਰ ਸਕਦਾ ਹੈ? ਜਿਵੇਂ ਮਾਨ ਸਰੋਵਰ ਉੱਚੀਆਂ ਪਹਾੜਾਂ ਤੇ ਬਣਿਆ, ਨਿਰਮਲ ਜਲ ਹੈ ਉਹਦੇ ਵਿੱਚ, ਤੇ ਉੱਥੇ ਹੰਸਾਂ ਦਾ ਵਾਸ ਹੈ। ਉਹ ਹੰਸ ਜਿਹੜੇ ਚਿੱਟੇ ਨੇ, ਜਿਨ੍ਹਾਂ ਦਾ ਰੰਗ ਚਿੱਟਾ, ਜਿਹੜੇ ਡੱਡੇ ਬਗਲੇ ਇਸ ਤਰ੍ਹਾਂ ਦਾ ਖਾਣਾ ਨਹੀਂ ਖਾਂਦੇ, ਉਹ ਮੋਤੀ ਚੁਗਦੇ ਨੇ, ਉਹ ਨਿਰਮਲ ਸਰੋਵਰ ਦੇ ਪਾਸ ਰਹਿੰਦੇ ਨੇ। ਤਿਮ ਅੰਮ੍ਰਿਤਸਰ ਕੀਰਤਨ ਗਨ ਸੰਤ ਬਸੇਰਾ। ਇਸੇ ਤਰ੍ਹਾਂ ਜਿਹੜਾ ਹਰਿਮੰਦਰ ਸਾਹਿਬ ਢੰਗ ਹੁੰਦਾ ਹੈ ਕਵੀ ਦਾ, ਕਿਸੇ ਨਾਲ ਤਸ਼ਬੀਹ ਦੇ ਕੇ ਉਸ ਗੱਲ ਨੂੰ ਉਜਾਗਰ ਕਰਨਾ, ਤਾਂ ਕਿ ਸਾਡੀ ਪਕੜ ਦੇ ਵਿੱਚ ਆ ਸਕੇ, ਸਮਝ ਵਿੱਚ ਆ ਸਕੇ। ਪਹਿਲਾ ਉਹਨਾਂ ਬਚਨ ਕਿਹਾ, ਕਹਿੰਦੇ ਜਿਵੇਂ ਮਾਨ ਸਰੋਵਰ ਤੇ ਹੰਸ ਰਹਿੰਦੇ ਨੇ, ਉਹਨਾਂ ਵਿੱਚ ਬਗਲਾ ਨਹੀਂ ਬੈਠ ਸਕਦਾ, ਕਿਉਂਕਿ ਹੰਸਾਂ ਦਾ ਖਾਣਾ ਹੋਰ ਹੈ, ਬਗਲਿਆਂ ਦਾ ਖਾਣਾ ਵੱਖਰਾ ਹੈ, ਬਹੁਤੀ ਦੇਰ ਨਹੀਂ ਟਿਕ ਸਕਣਗੇ। ਇਸ ਤਰ੍ਹਾਂ ਮਾਨ ਸਰੋਵਰ ਦੀ ਨਿਆਈ ਜੋ ਪਵਿੱਤਰ ਹਰਿਮੰਦਰ ਹੈ, ਇਸ ਦੇ ਸਰੋਵਰ ਦੇ ਆਲੇ ਦੁਆਲੇ ਸੰਤ ਜਨ ਗੁਰਮੁਖ ਜਿਹੜੇ ਸਤ ਦੇ ਨਾਲ ਜੁੜੇ ਨੇ, ਸਤ ਦੇ ਧਾਰਨੀ ਨੇ, ਜਿਨ੍ਹਾਂ ਨੂੰ ਆਤਮਾ ਦੀ ਖੁਰਾਕ ਚਾਹੀਦੀ ਹੈ, ਗੁਰੂ ਦਾ ਸ਼ਬਦ, ਗੁਰੂ ਦਾ ਕੀਰਤਨ, ਉਹ ਜਥਿਆਂ ਦੇ ਵਿੱਚ ਆ ਕੇ ਪਾਲਾਂ ਬੰਨ ਬੰਨ ਕੇ ਹਰਿਮੰਦਰ ਦੇ ਆਲੇ ਦੁਆਲੇ ਬੈਠੇ ਹਨ। ਕਮਲ ਪ੍ਰਫੁੱਲਤ ਬਹੁ ਬਰਨ ਦਿਪਤਾਵਤ ਸ਼ੋਭ। ਹਾਂ, ਜਿਵੇਂ ਮਾਨ ਸਰੋਵਰ ਦੇ ਵਿੱਚ ਕਿਹਾ ਜਾਂਦਾ ਵੀ ਬੜੇ ਰੰਗਾਂ ਦੇ ਕਮਲ ਦੇ ਫੁੱਲ ਖਿੜਦੇ ਨੇ, ਹੈ ਤਾਂ ਨਿਰਮਲ ਜਲ ਭਰਿਆ, ਪਹਿਲਾਂ ਹੀ ਬੜਾ ਸ਼ੋਭਾ ਪਾ ਰਿਹਾ ਹੈ। ਜਦੋਂ ਰੰਗ ਬਰੰਗੇ ਵਿੱਚ ਕਮਲ ਖਿੜ ਜਾਂਦੇ ਨੇ, ਫਿਰ ਹੋਰ ਵੀ ਸੋਹਣਾ ਲੱਗਦਾ ਹੈ। ਸਤਨਾਮ ਹਰਿ ਰਾਮ ਪ੍ਰਭ ਆਲ ਜਨ ਗਨ ਲੋਭ। ਸੋ ਇਸ ਤਰ੍ਹਾਂ ਕਰਕੇ ਜਿਹੜੇ ਗੁਰਮੁਖ ਜਨ ਨੇ, ਸੰਤ ਜਨ ਨੇ, ਸਤ ਦੀ ਇੱਛਾ ਰੱਖਣ ਵਾਲੇ ਨੇ, ਉਹ ਨੇਕਾਂ ਮਤਾਂ ਦੇ ਸਾਧੂ ਹਰਿਮੰਦਰ ਸਾਹਿਬ ਆ ਕੇ ਸਿਜਦਾ ਕਰਦੇ ਨੇ। ਕਿਵੇਂ ਕਰਦੇ ਨੇ? ਜਿਵੇਂ ਕਹਿੰਦੇ ਦੂਰ ਤੋਂ ਭਵਰਾ ਉੱਡ ਕੇ ਆਉਂਦਾ ਹੈ ਕਮਲ ਦੀ ਮਕਰੰਦ ਚੂਸਣ ਵਾਸਤੇ, ਇਸ ਤਰ੍ਹਾਂ ਗੁਰੂ ਬਾਣੀ ਦੇ ਸ਼ਬਦ ਦਾ ਰਸ ਮਾਣਨ ਵਾਸਤੇ ਜਗਿਆਸੂ ਦੂਰ ਦੁਰਾਂਡਿਆਂ ਤੋਂ ਹਰਿਮੰਦਰ ਸਾਹਿਬ ਆਉਂਦੇ ਹਨ। ਵਿੱਚ ਸੁੰਦਰ ਮਕਰੰਦ ਹੈ ਆਨੰਦ ਸੰਦੋਹ। ਹਾਂ, ਜਿਸ ਤਰ੍ਹਾਂ ਕਮਲ ਦੇ ਫੁੱਲ ਦੇ ਪੰਖੜੀਆਂ ਦੇ ਵਿਚਕਾਰ ਐ ਮਕਰੰਦ ਟਿਕਿਆ ਹੁੰਦਾ, ਜਿਹਨੂੰ ਭਵਰਾ ਆ ਕੇ ਚੂਸਦਾ ਹੈ, ਉਸ ਮਕਰੰਦ ਦੀ ਨਿਆਈ ਕਹਿੰਦੇ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਪਿਆ ਹੈ, ਜਿਸ ਦੇ ਸ਼ਬਦਾਂ ਨੂੰ ਉੱਚੀ ਧੁਨ ਦੇ ਵਿੱਚ ਗਾਇਆ ਜਾਂਦਾ ਹੈ, ਤੇ ਜਗਿਆਸੂ ਆਪਣੇ ਕੰਨਾਂ ਦੇ ਨਾਲ ਉਸ ਮਕਰੰਦ ਨੂੰ ਚੂਸ ਰਹੇ ਹਨ। ਲਗ ਦੀਰਘ ਦਲ ਬ੍ਰਿੰਦ ਹੈ ਸਦ ਗੁਣ ਅਗਨ ਸੋਹ। ਹਾਂ, ਜਿਸ ਤਰ੍ਹਾਂ ਕਮਲ ਦੇ ਫੁੱਲ ਦੀਆਂ ਪੰਖੜੀਆਂ ਹੁੰਦੀਆਂ, ਕੋਈ ਛੋਟੀ ਕੋਈ ਵੱਡੀ, ਕੁਦਰਤ ਨੇ ਬੜੇ ਸੋਹਣੇ ਢੰਗ ਨਾਲ ਉਹਨੂੰ ਚਿਣਿਆ ਹੁੰਦਾ ਹੈ, ਦੇਖਣ ਵਾਲੇ ਦਾ ਮਨ ਲੁਭਾਏਮਾਨ ਹੋ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਵੱਖ ਵੱਖ ਅਵਸਥਾ ਦੇ ਮਾਲਕ ਜਗਿਆਸੂ ਜਨ ਸਿੱਖ ਸੰਗਤ, ਕੋਈ ਨਵਾਂ ਆਇਆ, ਕੋਈ ਬੜੇ ਲੰਮੇ ਸਮੇਂ ਤੋਂ ਸੰਗਤ ਕਰ ਰਿਹਾ ਹੈ, ਉਹ ਆਪੋ ਆਪਣੀ ਅਵਸਥਾ ਦੇ ਅਨੁਸਾਰ ਹਰਿਮੰਦਰ ਦੇ ਆਲੇ ਦੁਆਲੇ ਬੈਠੇ ਹਨ। ਯਹ ਪ੍ਰਾਗ ਸ਼ਰਧਾ ਸੁਬਧ ਚਾਹੋਂ ਦਿਸ ਪਸਰੰਤੀ। ਹਾਂ, ਜਿਵੇਂ ਫੁੱਲ ਦੇ ਵਿੱਚੋਂ ਉਹਦਾ ਪ੍ਰਾਗ ਲੈ ਲੈ ਕੇ ਮਧੂ ਮੱਖੀਆਂ ਉੱਡਦੀਆਂ ਨੇ, ਭਵਰੇ ਉੱਡਦੇ ਨੇ, ਜਿੱਥੇ ਬੈਠਣ ਉਹਦਾ ਅਸਰ ਹੁੰਦਾ ਹੈ। ਇਸੇ ਤਰ੍ਹਾਂ ਕਹਿੰਦੇ ਹਰਿਮੰਦਰ ਇੱਕ ਕਮਲ ਦੀ ਨਿਆਈ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਇਹਦੇ ਵਿੱਚ ਮਕਰੰਦ ਦੀ ਨਿਆਈ ਟਿਕੇ ਨੇ। ਜਦੋਂ ਗੁਰਮੁਖ ਜਨ ਉਸ ਗੁਰੂ ਗ੍ਰੰਥ ਜੀ ਦੇ ਕੋਲੋਂ ਰਸ ਲੈ ਕੇ ਬਾਹਰ ਨਿਕਲਦੇ ਨੇ, ਐਸੀ ਅਵਸਥਾ ਦੇ ਮਾਲਕ ਜਿੱਥੇ ਵੀ ਬੈਠਦੇ ਨੇ, ਹਰ ਇੱਕ ਮਨੁੱਖ ਦਾ ਜੀਵਨ ਤਬਦੀਲ ਕਰ ਦਿੰਦੇ ਨੇ, ਕਿਉਂਕਿ ਅੰਦਰ ਮਕਰੰਦ ਭਰਿਆ ਹੈ, ਅੰਦਰ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਟਿਕਿਆ ਪਿਆ ਹੈ। ਐਸੇ ਗੁਰਮੁਖਾਂ ਦੀ ਸੰਗਤ ਦੇ ਨਾਲ ਅਨੇਕਾਂ ਸਿੱਖ ਸੰਗਤਾਂ ਪ੍ਰੇਰਨਾ ਲੈ ਕੇ ਹਰਿਮੰਦਰ ਵਿੱਚ ਹਾਜ਼ਰੀਆਂ ਭਰਦੀਆਂ ਹਨ। ਸੁਠ ਮਿਰਣਾਲ ਗੁਰ ਚਰਨ ਕੀ ਪ੍ਰੀਤੀ ਉਪਜੰਤੀ। ਹਾਂ, ਇਸ ਤਰ੍ਹਾਂ ਕਹਿੰਦੇ ਸਾਰੇ ਸਿੱਖ ਸੰਗਤਾਂ ਜਦੋਂ ਗੁਰਮੁਖਾਂ ਦੀ ਸੰਗਤ ਕਰਦੀਆਂ ਨੇ, ਉਹਨਾਂ ਦੇ ਅੰਦਰ ਵੀ ਸ਼ਰਧਾ ਪੈਦਾ ਹੁੰਦੀ ਹੈ,
ਭਾਵ ਪੈਦਾ ਹੁੰਦਾ ਹੈ ਵੀ ਬੜਾ ਟਿਕਾ ਇਹਨਾਂ ਦੇ ਕੋਲ, ਬੜਾ ਆਨੰਦ, ਕਿਉਂ ਨਾ ਅਸੀਂ ਵੀ ਉਸ ਗੁਰੂ ਦੇ ਚਰਨਾਂ ਵਿੱਚ ਸਿਜਦਾ ਕਰੀਏ। ਮੁਕਤ ਅਨੇਕ ਹੀ ਲੈ ਸੰਤ ਮਰਾਲਾ। ਹਾਂ ਕਹਿਣ ਲੱਗੇ ਅਨੇਕਾਂ ਹੀ ਸੰਤ ਜਨ ਉਥੋਂ ਮੁਕਤੀ ਦੇ ਮੋਤੀ ਚੁਗਦੇ ਨੇ ਹਰਮੰਦਰ ਦੇ ਵਿੱਚੋਂ, ਚਾਹੇ ਉਹ ਕੀਰਤਨ ਦੇ ਰੂਪ ਵਿੱਚ, ਕਥਾ ਦੇ ਰੂਪ ਵਿੱਚ, ਬਾਣੀ ਦੇ ਰੂਪ ਵਿੱਚ ਉਹ ਗੁਰੂ ਦੇ ਸ਼ਬਦ ਨੂੰ ਸਰਵਣ ਕਰਦੇ ਨੇ। ਇਸ ਤਰ੍ਹਾਂ ਉਹ ਸੁੱਚੇ ਮੋਤੀ ਚੁਗ ਰਹੇ ਹਨ। ਮਿਲਹਿ ਬਿਨੋਦ ਪ੍ਰਮੋਦ ਤੇ ਚਹੁ ਕੋਦ ਵਿਸਾਲਾ। ਹਾਂ ਚਾਰੇ ਦਿਸ਼ਾਵਾਂ ਤੋਂ ਗੁਰਮੁਖ ਜਨ ਆਉਂਦੇ ਨੇ, ਬੜੇ ਪਿਆਰ ਦੇ ਨਾਲ ਗਲਵਕੜੀਆਂ ਪਾ ਕੇ ਮਿਲਦੇ ਨੇ, ਇੱਕ ਦੂਸਰੇ ਨੂੰ ਵਧਾਈਆਂ ਦਿੰਦੇ ਨੇ ਵੀ ਏਡੀ ਕਿਰਪਾ ਕੀਤੀ ਗੁਰੂ ਰਾਮਦਾਸ ਮਹਾਰਾਜ ਨੇ, ਰੂਹਾਨੀਅਤ ਦਾ ਭੰਡਾਰਾ ਹੀ ਪ੍ਰਗਟ ਕਰ ਦਿੱਤਾ ਹੈ। ਬਾਕ ਸੰਪ੍ਰਿਥਿਆ ਦੇਖ ਕੈ ਚਿਤ ਚਾਉ ਠਾਵ। ਕਹਿਣ ਲੱਗੇ ਇੱਕ ਤਾਂ ਹੰਸਾਂ ਵਰਗੇ ਗੁਰਮੁਖ ਨੇ ਜਿਹੜੇ ਹਰਮੰਦਰ ਵਿੱਚ ਹਾਜ਼ਰੀ ਭਰਦੇ ਨੇ, ਤੇ ਦੂਜੇ ਪਾਸੇ ਬਗਲੇ ਦੀ ਨਿਆਈ, ਬਗਲੇ ਵਰਗਾ ਖਾਣਾ ਭਾਖਾ ਭਖ ਖਾਣ ਵਾਲਾ ਬਾਬਾ ਪਿਰਥੀਆ ਜਿਹੜਾ ਰਾਤ ਦਿਨ ਈਰਖਾ ਦੀ ਅੱਗ ਵਿੱਚ ਸੜ ਰਿਹਾ ਹੈ। ਇੱਕ ਛਪੜੇ ਢਿੱਗ ਗ੍ਰਾਮ ਕੀ ਚੀਕੜ ਬਿਥਰਾਵਾ। ਕਹਿਣ ਲੱਗੇ ਕੀ ਹਰਮੰਦਰ ਦੀ ਬਰਾਬਰੀ ਕਰੇਗਾ, ਫਿਰ ਕੀ ਹੋਇਆ ਜੋ ਉਸ ਵਰਗਾ ਸਰੋਵਰ ਬਣਾ ਲਿਆ। ਇਹਦੇ ਸਰੋਵਰ ਦੀ ਮਹਿਮਾ ਤੇ ਸਿਰਫ ਇੰਨੀ ਕੁ ਹੈ ਜਿਵੇਂ ਪਿੰਡ ਦੇ ਬਾਹਰ ਇੱਕ ਉਜੜਿਆ ਹੋਇਆ ਛੱਪੜ ਹੁੰਦਾ ਹੈ, ਉਹ ਚਿੱਕੜ ਦੇ ਨਾਲ ਭਰਿਆ ਰਹਿੰਦਾ ਹੈ, ਉਹਦੇ ਵਿੱਚ ਪਸ਼ੂ ਲੇਟਦੇ ਰਹਿੰਦੇ ਨੇ, ਡੱਡੀਆਂ ਉਹਦੇ ਵਿੱਚ ਘੁੰਮਦੀਆਂ ਨੇ, ਬਗਲੇ ਉਹਨਾਂ ਨੂੰ ਖਾਣ ਵਾਸਤੇ ਕਿਨਾਰਿਆਂ ਤੇ ਬੈਠੇ ਰਹਿੰਦੇ ਨੇ। ਇਹਦੀ ਤੁਲਨਾ ਤੇ ਉਸ ਛੱਪੜ ਵਰਗੀ ਹੈ ਜੋ ਬਾਬੇ ਪਿਰਥੀਏ ਨੇ ਸਰੋਵਰ ਬਣਾਇਆ ਹੈ। ਸਮਤਾ ਮਾਨਸ ਕੀ ਰਚੇ ਮਾਨਸ ਹਰ ਖਾਵੇ। ਕਹਿਣ ਲੱਗੇ ਕੀ ਇਹ ਮਾਨ ਸਰੋਵਰ ਦੀ ਸਮਤਾ ਕਰੇਗਾ, ਕੀ ਬਰਾਬਰੀ ਕਰੇਗਾ ਗੁਰੂ ਦੇ ਹਰ ਮੰਦਰ ਦੀ, ਉਹ ਹੀ ਮਨੁੱਖਾਂ ਨੂੰ ਭਰਮਾ ਰਿਹਾ ਹੈ। ਮਾਨਸ ਮੂਰਖ ਬ੍ਰਿੰਦ ਕੋ ਧਨ ਹਿਤ ਬਿਰਮਾਵੇ। ਕਹਿਣ ਲੱਗੇ ਏਡਾ ਵੱਡਾ ਮੂਰਖ ਹੈ, ਕੋਈ ਰੂਹਾਨੀਅਤ ਦੀ ਕਣੀ ਨਹੀਂ ਇਹਦੇ ਕੋਲ, ਕੋਈ ਗੁਰੂ ਦੇ ਸ਼ਬਦ ਦਾ ਪਿਆਰ ਨਹੀਂ ਇਹਦੇ ਕੋਲ, ਉਹੀ ਦੁਨੀਆ ਦੇ ਕੋਲੋਂ ਧਨ ਲੁੱਟਣ ਦਾ ਇੱਕ ਨਜ਼ਰੀਆ ਬਣਾ ਲਿਆ ਤੇ ਅੱਜ ਵੀ ਚੱਲਦਾ ਹੈ। ਕਹਿਣ ਲੱਗੇ ਇਸ ਦੀ ਔਲਾਦ ਅਜੇ ਖਤਮ ਨਹੀਂ ਹੋਈ ਬਾਬੇ ਪਿਰਥੀਏ ਦੀ, ਬਥੇਰੀ ਈਰਖਾ ਵਾਲੇ ਬੈਠੇ ਨੇ, ਬਸ ਮਨ ਦੇ ਵਿੱਚ ਇਹੀ ਇੱਛਾ ਹੈ ਕਿ ਸਿੱਖ ਸੰਗਤਾਂ ਦੇ ਕੋਲੋਂ ਲੈਣਾ ਕਿਵੇਂ ਹੈ, ਚਾਹੇ ਉਹਨੂੰ ਧਰਮ ਦੇ ਪਰਦੇ ਹੇਠ ਕਰਨਾ ਪਾਵੇ, ਚਾਹੇ ਅਸਿੱਧੇ ਤੌਰ ਤੇ ਕਰਦੇ ਹਨ। ਸੋ ਇਸ ਕਰਕੇ ਕਹਿਣ ਲੱਗੇ ਬਾਬੇ ਪਿਰਥੀ ਦੀ ਚਾਲ ਦੇਖੋ, ਈਰਖਾ ਦਾ ਮਾਰਿਆ ਗੁਰੂ ਦੇ ਹਰਮੰਦਰ ਦੀ ਬਰਾਬਰੀ ਕਰਦਾ ਤੇ ਮਨ ਵਿੱਚ ਫੁਰਨਾ ਇਹੀ ਹੈ ਕਿ ਭਟਾਵਾਂ ਸਾਰੀਆਂ ਮੇਰੇ ਕੋਲ ਆ ਜਾਣ। ਭੇਖ ਅਨੇਕ ਜੇ ਅਵਗੁਣਾ ਤਿਨ ਸੋ ਬਹੁ ਸ਼ਾਵਾ। ਕਹਿਣ ਲੱਗੇ ਭੇਖ ਤਾਂ ਜ਼ਰੂਰ ਕੀਤਾ ਹੈ, ਅਨੇਕਾਂ ਭੇਖ ਕੀਤੇ ਨੇ, ਪਰ ਅੰਦਰ ਤੇ ਡੱਡੂਆਂ ਵਾਲੀ ਬਿਰਤੀ ਬਣਾਈ ਬੈਠਾ ਹੈ। ਮਤ ਸਰ ਤ੍ਰਿਸ਼ਨਾ ਦਵੈਸ਼ ਰਿਸ ਸਮਦਾਇ ਰਹਾਵ। ਹੁਣ ਗੁਰੂ ਅਰਜਨ ਸਾਹਿਬ ਦੇ ਅੰਦਰ ਤੇ ਹਮੇਸ਼ਾ ਸੁਖਮਨੀ ਚੱਲਦੀ ਏ, ਉਹ ਰੱਬੀ ਪਿਆਰ ਦੇ ਵਿੱਚ ਨਗਮੇ ਪਏ ਉਚਰਦੇ ਨੇ, ਬਾਣੀ ਦਾ ਭੰਡਾਰ ਹੈ ਉਹਨਾਂ ਦੇ ਅੰਦਰ, ਰਾਤ ਦਿਨ ਉਚਾਰਦੇ ਪਏ ਨੇ, ਆਪ ਸਰੰਦਾ ਲੈ ਕੇ ਹਰਮੰਦਰ ਵਿੱਚ ਕੀਰਤਨ ਕਰਦੇ ਨੇ। ਤੇ ਪਿਰਥੀਏ ਦੇ ਅੰਦਰ ਕੀ ਹੈ, ਭਾਈ ਸਾਹਿਬ ਕਹਿੰਦੇ ਇਹਦੇ ਅੰਦਰ ਭੇਖ ਅਨੇਕ ਜੇ ਅਵਗੁਣਾ ਤਿੰਨ ਸੋ ਬਹੁ ਸ਼ਾਵਾ। ਮਤ ਸਰ ਤ੍ਰਿਸ਼ਨਾ ਦਵੈਸ਼ ਰਿਸ, ਹੰਕਾਰ ਹੈ, ਈਰਖਾ ਹੈ, ਦਵੈਸ਼ ਹੈ, ਦੁਬਦਾ ਹੈ, ਖਿਜਿਆ ਪਿਆ ਅੰਦਰੋਂ। ਤੇ ਬਰਾਬਰੀ ਕਿਹਦੀ ਕਰਨੀ ਚਾਹੁੰਦਾ, ਜਿਹਨੇ ਤੱਤੀ ਤਵੀ ਤੇ ਬੈਠ ਕੇ ਵੀ ਸੁਖਮਣੀ ਪੜ੍ਹਨੀ ਹੈ, ਉਹਦੀ ਰੀਸ ਕਰ ਰਿਹਾ ਹੈ। ਇਸ ਪ੍ਰਕਾਰ ਪ੍ਰਿਥਿਆ ਕਰੇ ਹਿਤ ਠੱਗ ਬੇਮੂਢਾ। ਕਹਿਣ ਲੱਗੇ ਮੂਰਖ ਹੈ, ਬੜਾ ਵੱਡਾ ਠੱਗ ਹੈ ਜੋ ਇਸ ਤਰ੍ਹਾਂ ਦੀ ਵਿਉਂਤਬੰਦੀ ਕਰ ਰਿਹਾ ਹੈ। ਬੁੱਧਵਾਨ ਕਿਮ ਭਰਮ ਹੈ ਜਿਨ ਘੇਰੇ ਦਗੂਢਾ। ਜਿਨ੍ਹਾਂ ਦੇ ਅੰਦਰ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੈ, ਜਿਹੜੇ ਬਾਣੀ ਦੇ ਰਸੀਏ ਨੇ, ਉਹਨਾਂ ਨੂੰ ਕਿਵੇਂ ਭਰਮਾ ਸਕੇਗਾ। ਬਹਿਰੂਨੀ ਤੌਰ ਤੇ ਲਿਬਾਸ ਪਾ ਲਵੇਗਾ, ਬੋਲੀ ਇਹੋ ਜਿਹੀ ਬੋਲ ਲਵੇਗਾ, ਸਭ ਕੁਝ ਕਰ ਲਵੇਗਾ, ਪਰ ਗੁਰਸਿੱਖਾਂ ਨੂੰ ਪ੍ਰਭਾ ਨਹੀਂ ਸਕੇਗਾ। ਭਾਈ ਗੁਰਦਾਸ ਜੀ ਜਦੋਂ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਲਿਖਾਉਂਦੇ ਤੇ ਭਾਈ ਜੀ ਲਿਖ ਰਹੇ ਸਨ, ਤੇ ਮਹਾਰਾਜ ਨੇ ਕਿਹਾ ਸੀ ਕਿ ਆਪਾਂ ਕੱਚੀ ਬਾਣੀ ਵਿੱਚੋਂ ਕੱਢ ਦੇਣੀ ਹੈ। ਇਸੇ ਬਾਬੇ ਪਿਰਥੀਏ ਦੇ ਪੁੱਤਰ ਮਿਹਰਬਾਨ ਨੇ, ਉਹਨੇ ਗੁਰੂ ਨਾਨਕ ਜੀ ਦੀ ਮੋਹਰ ਲਾ ਕੇ ਬਾਣੀ ਉਚਾਰ ਦਿੱਤੀ ਸੀ। ਤੇ ਭਾਈ ਗੁਰਦਾਸ ਜੀ ਨੇ ਇੱਕ ਵਾਰ ਹੱਸਦਿਆਂ ਮਹਾਰਾਜ ਕਹਿਣ ਲੱਗੇ, ਭਾਈ ਸਾਹਿਬ ਜਦੋਂ ਤੁਸੀਂ ਬਾਣੀ ਦਾ ਨਖੇੜਾ ਕਰਦੇ ਹੋ ਤੁਹਾਨੂੰ ਸਮਝ ਕਿਵੇਂ ਪੈਂਦੀ ਹੈ ਵੀ ਇਹ ਸ਼ਬਦ ਗੁਰੂ ਨਾਨਕ ਦਾ ਹੈ ਤੇ ਇਹ ਮਿਹਰਬਾਨ ਦਾ ਹੈ। ਹਾਲਾਂਕਿ ਉਹਨੇ ਬਿਲਕੁਲ ਕਾਪੀ ਕੀਤਾ ਹੋਇਆ, ਪਤਾ ਲਗਾਉਣਾ ਬੜਾ ਔਖਾ, ਤੁਹਾਨੂੰ ਕਿਵੇਂ ਪਤਾ ਲੱਗਦਾ ਹੈ। ਭਾਈ ਗੁਰਦਾਸ ਜੀ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਸੱਚਾਈ ਇਹ ਹੈ 100 ਆਦਮੀ ਇਕੱਠਾ ਬੈਠਾ ਗੱਲਾਂ ਕਰੇ
ਇਸਤਰੀ ਘਰ ਦੇ ਅੰਦਰ ਕੰਮ ਕਰਦਿਆਂ ਆਪਣੇ ਖਸਮ ਦੀ ਆਵਾਜ਼ ਪਛਾਣ ਕੇ ਕਹਿ ਦਿੰਦੀ ਵੀ ਇਹ ਮੇਰਾ ਸਹੁ ਬੋਲ ਰਿਹਾ ਹੈ, ਇਹ ਮੇਰੇ ਆਦਮੀ ਦੀ ਆਵਾਜ਼ ਹੈ। ਸੱਚਾਈ ਇਹ ਹੈ, ਜਿੰਨੀਆਂ ਮਰਜ਼ੀ ਕਵਿਤਾਵਾਂ ਮੇਰੇ ਅੱਗੇ ਲਿਆ ਕੇ ਰੱਖ ਦਿਓ, ਜਦੋਂ ਗੁਰੂ ਨਾਨਕ ਬੋਲਣਗੇ ਸਿੱਖ ਉਸੇ ਵੇਲੇ ਪਛਾਣ ਲਵੇਗਾ ਇਹ ਗੁਰੂ ਨਾਨਕ ਦੀ ਬਾਣੀ ਹੈ। ਹਜੂਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿਣ ਲੱਗੇ ਭਰਮਾਉਣ ਦਾ ਯਤਨ ਕਰਦਾ ਪਿਆ ਪਿਰਥੀਆ, ਪਰ ਗੁਰੂ ਕੇ ਸਿੱਖ ਕਿੱਥੇ ਭਰਮਦੇ ਹਨ। ਮੰਦਰ ਚਾਰ ਬਣਾਏ ਕੈ ਅੰਦਰ ਤਿਹ ਬੈਸੇ। ਹਾਂ, ਬੜਾ ਸੋਹਣਾ ਹੁਣ ਇਹਨੇ ਹਰਮੰਦਰ ਬਣਾ ਲਿਆ, ਬਰਾਬਰੀ ਕਰਨ ਲੱਗਾ ਗੁਰੂ ਅਰਜਨ ਸਾਹਿਬ ਦੀ, ਬਣਾ ਕੇ ਉਸ ਦੇ ਅੰਦਰ ਗੱਦੀ ਲਾ ਕੇ ਬੈਠ ਗਿਆ। ਲਖਹਿ ਕੇ ਸੰਗਤ ਆਏ ਹੈ ਅੰਮ੍ਰਿਤਸਰ ਜੈਸੇ। ਹਾਂ, ਹੁਣ ਜਾਣਦਾ ਹੈ ਵੀ ਹੁਣ ਅੰਮ੍ਰਿਤਸਰ ਦੀ ਤਰ੍ਹਾਂ ਇੱਥੇ ਵੀ ਭੀੜ ਲੱਗ ਜਾਏਗੀ, ਸੰਗਤਾਂ ਕਤਾਰਾਂ ਬੰਨ ਬੰਨ ਕੇ ਅੰਦਰ ਨਮਸਕਾਰ ਕਰਨਗੀਆਂ। ਸੁਲਹੀ ਅਰ ਪ੍ਰਿਥਿਆ ਮਿਲਹਿ ਦੇਖਹਿ ਹਰ ਖਾਵੇਂ। ਹੁਣ ਸੁਲਹੀ ਖਾਂ ਦੇ ਕੋਲ ਆ ਕੇ ਬੈਠ ਜਾਂਦਾ, ਉਸੇ ਹਰਮੰਦਰ ਜਿਹੜਾ ਇਹਨੇ ਬਣਾਇਆ ਮੰਦਰ, ਤੇ ਬੈਠ ਕੇ ਦੋਵੇਂ ਜਾਣੇ ਵਿਉਂਤ ਬੰਦੀਆਂ ਕਰਦੇ ਨੇ, ਗੱਲਾਂ ਕਰਦੇ ਨੇ ਵੀ ਲਓ ਹੁਣ ਉਹੀ ਸੁੱਖ ਬਣ ਗਿਆ ਜਿਹੜਾ ਅੰਮ੍ਰਿਤਸਰ ਬਣਿਆ ਗੁਰੂ ਅਰਜਨ ਦੇਵ ਨੂੰ। ਹੁਣ ਗੁਰੂ ਅਰਜਨ ਸਾਹਿਬ ਦੇ ਕੋਲ ਕੌਣ ਬੈਠਦਾ ਹੈ ਕਿ ਉੱਥੇ ਬਾਬਾ ਬੁੱਢਾ ਜੀ ਆਉਂਦੇ ਨੇ, ਭਾਈ ਗੁਰਦਾਸ ਜੀ ਆਉਂਦੇ ਨੇ, ਬਾਬਾ ਅਦਲੀ ਜੀ ਵਰਗੇ ਮਹਾਨ ਗੁਰਸਿੱਖ ਆ ਕੇ ਬੈਠਦੇ ਨੇ ਤੇ ਮਹਾਰਾਜ ਰਾਜਨੀਤੀ ਦੀਆਂ ਗੱਲਾਂ ਕਰਦੇ ਨੇ। ਬਿਲਕੁਲ ਨਹੀਂ, ਰੱਬੀ ਬਾਣੀ ਦਾ ਕੀਰਤਨ ਹੁੰਦਾ ਹੈ। ਤੇ ਜਿਹੜਾ ਈਰਖਾ ਕਰਕੇ ਬਣਾਇਆ ਹਰਮੰਦਰ, ਉੱਥੇ ਸੁਲਹੀ ਆ ਕੇ ਬਹਿੰਦਾ ਹੈ ਤੇ ਬਾਬਾ ਪਿਰਥੀਆ ਬਹਿੰਦਾ, ਤੇ ਦੋਵੇਂ ਜਾਣੇ ਈਰਖਾ ਦੀਆਂ ਰਾਜਨੀਤੀ ਦੀਆਂ ਗੱਲਾਂ ਕਰਦੇ ਹਨ। ਅਦਕ ਸਰਾਹੇ ਤਾਲ ਕੋ ਨਿਜ ਨਰਨ ਸੁਨਾਮੈ। ਹਾਂ, ਕੁਝ ਹੋਰ ਚੇਲੇ ਚਪਟੇ ਵੀ ਹੁੰਦੇ ਹੀ ਨੇ ਵਿਚਾਰੇ, ਕਿਸੇ ਤਰ੍ਹਾਂ ਮਜਬੂਰੀ ਦੇ ਵਾਸੋਂ ਵੀ ਬੈਠੇ ਨੇ ਇਹਨਾਂ ਦੇ ਨਾਲ, ਤੇ ਉਹਨਾਂ ਦੇ ਸਾਹਮਣੇ ਹੱਸ ਹੱਸ ਕੇ ਗੱਲਾਂ ਕਰਦੇ ਨੇ ਦੋਵੇਂ ਜਾਣੇ ਵੀ ਲੈ ਇੰਨੀ ਕੋ ਗੱਲ ਸੀ, ਆਪਾਂ ਵੀ ਉਹਨਾਂ ਵਰਗਾ ਹੀ ਮੰਦਰ ਬਣਾ ਲਿਆ, ਕੋਈ ਕਮੀ ਨਹੀਂ ਉਹਦੇ ਵਿੱਚ, ਸਗੋਂ ਸੋਹਣਾ ਬਣਾ ਲਿਆ ਹੈ। ਹੁਣ ਇੱਥੇ ਵੀ ਸੰਗਤਾਂ ਆਇਆ ਕਰਨਗੀਆਂ। ਮੱਝੇ ਲੱਖ ਹੂੰ ਨਰ ਇਹਾਂ ਤੀਰਥ ਹੋਏ ਭਾਰੀ। ਲੱਖਾਂ ਦੀ ਗਿਣਤੀ ਵਿੱਚ ਜਦੋਂ ਲੋਕ ਆ ਕੇ ਇਸ਼ਨਾਨ ਕਰਨਗੇ, ਚਾਰੇ ਕੁੰਡਾਂ ਦੇ ਵਿੱਚ ਪਤਾ ਲੱਗ ਜਾਏਗਾ ਵੀ ਕੋਈ ਤੀਰਥ ਬਣਿਆ ਹੀਰਾ ਪਿੰਡ ਦੇ ਵਿੱਚ। ਇਸ ਤਰ੍ਹਾਂ ਦੀਆਂ ਸੋਚਾਂ ਸੋਚਦੇ ਹਨ। ਮਹਿਮਾ ਪਸਰੇਗੀ ਅਦਕ ਹੇ ਰਹਿ ਨਰ ਨਾਰੀ। ਹਾਂ, ਜਦੋਂ ਲੋਕ ਆ ਕੇ ਦੇਖਣਗੇ ਵੀ ਏਡਾ ਸੋਹਣਾ ਮੰਦਰ ਬਣਾਏ ਬਾਬੇ ਪਿਰਥੀਏ ਨੇ, ਸਾਰੇ ਪਾਸੇ ਮਹਿਮਾ ਫੈਲ ਜਾਏਗੀ। ਸ੍ਰੀ ਅੰਮ੍ਰਿਤਸਰ ਤੇ ਬੜੋ ਇਹ ਹੋਏ ਪ੍ਰਭਾਉ। ਕਹਿਣ ਲੱਗੇ ਅੰਮ੍ਰਿਤਸਰ ਤੇ ਕੁਝ ਵੀ ਨਹੀਂ, ਉਸ ਤੋਂ ਵੱਡਾ ਪ੍ਰਭਾਵ ਪਏਗਾ ਲੋਕਾਂ ਦੇ ਮਨਾਂ ਵਿੱਚ ਜਦੋਂ ਆ ਕੇ ਇਸ ਤਲਾਬ ਨੂੰ ਦੇਖਣਗੇ। ਭਲੇ ਦੇਸ਼ ਮੈਂ ਬਣਿਓ ਬਰ ਮਾਨਵ ਸਮਦਾਉ। ਕਹਿਣ ਲੱਗੇ ਸਾਰੀ ਦੁਨੀਆ ਆ ਕੇ ਇੱਥੇ ਨਮਸਕਾਰ ਕਰੇਗੀ, ਕਿਉਂਕਿ ਇਸ ਦੇਸ਼ ਦੇ ਵਿੱਚ ਇਹਦੇ ਵਰਗਾ ਹੋਰ ਕੋਈ ਮੰਦਰ ਹੈ ਹੀ ਨਹੀਂ ਹੈ। ਮੂਰਖ ਭਾਵੇਂ ਨਹਿ ਲਖੇ ਸਭ ਹੋਏ ਖੁਆਰੂ। ਭਾਈ ਸਾਹਿਬ ਕਹਿਣ ਲੱਗੇ ਮੂਰਖ ਨੇ, ਅਗਿਆਨੀ ਨੇ, ਅੱਗੇ ਦੀ ਜਾਣਦੇ ਕੋਈ ਨਹੀਂ, ਇਹਨਾਂ ਨੂੰ ਪਤਾ ਨਹੀਂ ਅਜੇ ਅੱਗੇ ਚੱਲ ਕੇ ਕੀ ਘਟਨਾ ਵਾਪਰਨੀ ਹੈ। ਸੂ ਕਹਿ ਜਲ ਟਹਿ ਜਾਏਗੋ ਮੰਦਰ ਸਮਬਾਰੂ। ਜਿਸ ਮੰਦਰ ਦੇ ਵਿੱਚ ਬੈਠ ਕੇ ਏਡੀਆਂ ਲੰਮੀਆਂ ਸੋਚ ਰਹੇ ਨੇ, ਸੁਪਨੇ ਲੈ ਰਹੇ ਨੇ, ਇੱਕ ਦਿਨ ਇਸ ਤਲਾਬ ਦਾ ਪਾਣੀ ਸੁੱਕ ਜਾਏਗਾ ਤੇ ਮੰਦਰ ਇੱਕ ਰੇਤ ਦੇ ਬਣਾਏ ਹੋਏ ਘਰ ਦੀ ਤਰ੍ਹਾਂ ਢਹਿ ਜਾਵੇਗਾ। ਬਿਨ ਅਜਮਤ ਜਾਣ ਹੈ ਕੋ ਤੋ ਕਿਆ ਹੋਏ ਅਗਾਰੀ। ਗੱਲ ਕਿ ਅਜਮਤ ਕੋਈ ਨਹੀਂ ਨਾ, ਅੰਦਰ ਗੁਰੂ ਦਾ ਗਿਆਨ ਕੋਈ ਨਹੀਂ, ਜਾਣਦੇ ਕੋਈ ਨਹੀਂ ਪਿਆਉਣ ਵਾਲਾ ਸਮਾਂ ਕਿਹੋ ਜਾ ਰਿਹਾ। ਇਸ ਕਰਕੇ ਏਡੇ ਵੱਡੇ ਵੱਡੇ ਸੁਪਨੇ ਬਣਾ ਰਹੇ ਹਨ। ਗਿਆਨ ਬਲੋਚਨ ਔਰ ਨਹੀਂ ਅੰਧੇ ਦੁਖ ਭਾਰੀ। ਹਾਂ, ਕਹਿਣ ਲੱਗੇ ਅੰਧੇ ਨੇ, ਗਿਆਨ ਦੀਆਂ ਅੱਖਾਂ ਕੋਈ ਨਹੀਂ ਨਾ ਕੋਲ। ਇਹ ਅੱਖਾਂ ਜਿਨ੍ਹਾਂ ਦੇ ਨਾਲ ਅਸੀਂ ਰੋਜ਼ ਗੁਰੂ ਦਾ ਦਰਸ਼ਨ ਦੀਦਾਰ ਕਰਨੇ ਆ। ਗੁਰੂ ਨੇ ਇੱਕ ਹੋਰ ਅੱਖਾਂ ਦੀ ਵੀ ਗੱਲ ਕੀਤੀ ਹੈ, ਜਿਹੜੀਆਂ ਕੋਈ ਜਨਮਾਂ ਜਨਮਾਂਤਰਾਂ ਦੇ ਬਾਅਦ ਖੋਲ ਲੈਂਦਾ ਹੈ, ਫਿਰ ਜੋ ਕੁਝ ਉਸ ਨੂੰ ਦਿਖਾਈ ਦਿੰਦਾ ਹੈ, ਫਿਰ ਪਲਕ ਝਪਕਣ ਨੂੰ ਵੀ ਜੀ ਨਹੀਂ ਕਰਦਾ। ਉਹ ਅੱਖਾਂ ਕਿਹੜੀਆਂ ਨੇ? ਅੱਖਾਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਰੋਜ਼ ਦੇਖਦੇ ਹਾਂ ਕਿ ਗੁਰੂ ਨਾਨਕ ਨੂੰ, ਰੋਜ਼ ਸੁਣਨੇ ਆ ਕਿ ਅਸੀਂ ਜਨਮ ਮਰਨ ਦੇ ਚੱਕਰ ਚੋਂ ਕੱਟੇ ਗਏ। ਮਹਾਰਾਜ ਕਹਿੰਦੇ ਮੈਂ ਇਹਨਾਂ ਕੰਨਾਂ ਦੀ ਗੱਲ ਨਹੀਂ ਕਰਦਾ, ਨਾ ਇਹਨਾਂ ਅੱਖਾਂ ਦੀ ਗੱਲ ਕਰਦਾ। ਨਾਨਕ ਸੇ ਅਖੜੀਆਂ ਬਿਆਨ ਜਿਨੀ ਦਿਸੰਦੋ ਮਾਂ ਪਿਰਿਓ। ਅੱਖਾਂ ਹੋਰ ਨੇ ਜਿਨ੍ਹਾਂ ਦੇ ਨਾਲ ਗੁਰੂ ਨਾਨਕ ਨੂੰ ਦੇਖ ਲਈਏ, ਉਹ ਕੰਨ ਵੀ ਹੋਰ ਨੇ ਜਿਨ੍ਹਾਂ ਦੇ ਨਾਲ ਇੱਕ ਵਾਰੀ ਵੀ ਗੁਰੂ ਨਾਨਕ ਨੂੰ ਸੁਣ ਲਈਏ ਸੇ ਫਿਰ ਗਰਭਾਸ ਨਾ ਭਰਿਆ ਰੇ। ਦੁਬਾਰਾ ਗਰਭ ਵਿੱਚ ਨਹੀਂ ਆ ਸਕੀਦਾ।
ਅਰਦਾਸ ਕਰਦੇ ਹਾਂ ਜਦੋਂ ਅਸੀਂ ਇਹ ਸ਼ਬਦ ਪੜ੍ਹਨੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਥੇ ਸ਼ਬਦ ਗੁਰਮੁਖਾਂ ਨੇ ਲਿਖਿਆ ਪਾਠ ਦੀਦਾਰ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇਗਾ 1430 ਅੰਗਾਂ ਤੱਕ ਇਹਨਾਂ ਅੱਖਾਂ ਦੇ ਨਾਲ ਦਰਸ਼ਨ ਕਰੇਗਾ, ਕੰਨਾਂ ਦੇ ਨਾਲ ਸੁਣੇਗਾ। ਯਾਦ ਰੱਖਿਓ ਜਨਮ ਮਰਨ ਵੀ ਉਹਦਾ ਹੀ ਕੱਟਿਆ ਜਾਣਾ। ਉਥੇ ਪਾਠ ਦੀਦਾਰ ਹੈ। ਜੇ ਬਾਹਰੋਂ ਆ ਕੇ ਰਮਾਲਾ ਤਾਂ ਦਿਖ ਜਾਏਗਾ ਕਿ ਕੀ ਸਜਾਵਟ ਕੀਤੀ, ਸਭ ਦੇਖ ਲਵਾਂਗੇ। ਇਹ ਗੁਰੂ ਨਾਨਕ ਦੇ ਦਰਸ਼ਨ ਨਹੀਂ ਹੋਣਗੇ। ਗੁਰੂ ਨਾਨਕ ਦੇ ਦਰਸ਼ਨ ਉਹੀ ਕਰੇਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇਗਾ। ਪਾਠ ਦੀਦਾਰ ਹੈ। ਸੋ ਸਤਿਗੁਰੂ ਕਿਰਪਾ ਕਰਨ, ਸਿੱਖ ਨੂੰ ਇਹ ਸਮਝ ਪੈ ਜਾਏ। ਸਾਰੀ ਜ਼ਿੰਦਗੀ ਉਹ ਕਚਰਾ ਅਖਬਾਰਾਂ ਦਾ ਪੜ੍ਹਦਾ ਰਹਿੰਦਾ ਹੈ, ਘੰਟਾ ਪਤਾ ਨਹੀਂ ਕੀ ਕੁਝ ਦੇਖਦਾ ਰਹਿੰਦਾ ਹੈ, ਪਰ 15 ਮਿੰਟ ਲਾ ਕੇ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਸਕਦਾ। ਉਹ ਕਿਵੇਂ ਕਹੇਗਾ ਜਾ ਕੇ ਕਿ ਮੈਂ ਗੁਰੂ ਨਾਨਕ ਨੂੰ ਸੁਣਿਆ ਤੇ ਮੈਂ ਗੁਰੂ ਨਾਨਕ ਨੂੰ ਵੇਖਿਆ? ਨਹੀਂ, ਬਿਲਕੁਲ ਝੂਠ ਹੋਵੇਗਾ। ਪੁਰਾਣੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਅੰਦਰ ਇਸੇ ਜਪਜੀ ਦਾ ਨਾਮ ਸੀ ਜਪ ਨਿਸ਼ਾਨ। ਨਿਸ਼ਾਨ ਦੇ ਅਰਥ ਹੁੰਦੇ ਨੇ ਰਾਹਦਾਰੀ। ਜਿਵੇਂ ਕੋਈ ਇੱਕ ਸਟੇਟ ਤੋਂ ਦੂਸਰੀ ਸਟੇਟ ਵਿੱਚ ਡਰਾਈਵਰ ਜਾਂਦਾ, ਉਹਨੂੰ ਪਤਾ ਹੈ ਜੋ ਸਮਾਨ ਉਹਦੀ ਗੱਡੀ ਵਿੱਚ ਲੱਦਿਆ ਉਹਦੇ ਕਾਗਜ਼ ਬਣੇ ਹੁੰਦੇ ਨੇ, ਉਹ ਤਾਂ ਐਂਟਰੀ ਦਿੰਦੇ ਨੇ, ਨਹੀਂ ਤੇ ਉਹ ਮਾਲ ਨਜਾਇਜ਼ ਸਮਝਿਆ ਜਾਂਦਾ ਹੈ। ਪੁਰਾਣੇ ਗੁਰੂ ਕੇ ਸਿੱਖ ਰੱਜ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਸਨ। ਤੁਸੀਂ ਤੱਕੋ ਕਿਸੇ ਸਿੱਖ ਦੀ ਵੀ ਸ਼ਹੀਦੀ ਹੋਣ ਲੱਗਦੀ ਹੈ, ਉਹਦੀ ਜਦੋਂ ਆਖਰੀ ਇੱਛਾ ਪੁੱਛੀ ਜਾਂਦੀ, ਉਹ ਇਹੀ ਕਹਿੰਦੇ ਸਨ, ਮੈਨੂੰ ਇਸ਼ਨਾਨ ਕਰਕੇ ਜਪਜੀ ਪੜ੍ਹ ਲੈਣ ਦਿਓ। ਭਾਈ ਮਤੀ ਦਾਸ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਭਾਈ ਤਾਰੂ ਸਿੰਘ, ਭਾਈ ਮਤੀ ਸਿੰਘ ਜਪਜੀ ਸਾਹਿਬ ਦਾ ਪਾਠ ਕਰਦੇ ਨੇ। ਉਹ ਜਾਣਦੇ ਨੇ ਗੁਰੂ ਨਾਨਕ ਦੀ ਦਰਗਾਹ ਵਿੱਚ ਜਾਣਾ ਹੈ ਤੇ ਜਪਜੀ ਉਸ ਦਰਗਾਹ ਦੀ ਰਾਹਦਾਰੀ। ਉੱਥੇ ਦਾਖਲਾ ਉਸ ਨੂੰ ਹੀ ਮਿਲੇਗਾ ਜਿਹਦੇ ਕੋਲ ਜਪਜੀ ਦੀ ਰਾਹਦਾਰੀ ਹੋਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਭਾਵਨਾ ਦੇ ਨਾਲ ਗੁਰੂ ਬਾਣੀ ਦਾ ਪਾਠ ਕਰੀਏ, ਆਪ ਸਹਿਜ ਪਾਠ ਕਰੀਏ। ਜਿਤਨੀ ਕੋ ਵਿਚਾਰ ਸਮਝ ਵਿੱਚ ਆਉਂਦੀ ਹੈ ਸਮਝੀਏ, ਬਾਕੀ ਅਰਦਾਸ ਕਰੀਏ ਕਿ ਸਤਿਗੁਰੂ ਇਸ ਗੂੜ ਸ਼ਬਦ ਦੇ ਅਰਥ ਸਾਨੂੰ ਤੁਸੀਂ ਸਮਝਾਓ। ਜਿਹੜੇ ਉਹ ਅਰਥ ਸਮਝ ਵਿੱਚ ਆਉਣਗੇ ਉਹੀ ਤੁਹਾਡੇ ਅਸਲੀ ਅਰਥ ਹੋਣਗੇ ਗੁਰੂ ਬਾਣੀ ਦੇ। ਗੁਰੂ ਹਰਗੋਬਿੰਦ ਮਹਾਰਾਜ ਨੇ ਖੁਦ ਜਪਜੀ ਸਾਹਿਬ ਦੀ ਕਥਾ ਕੀਤੀ ਕਸ਼ਮੀਰ ਵਿੱਚ, ਪਰ ਉਹਨਾਂ ਕਹਿ ਦਿੱਤਾ ਸੀ ਸਮਾਪਤੀ ਤੇ, ਇਹ ਜੋ ਅਰਥ ਮੈਨੂੰ ਸਮਝ ਪਏ ਮੈਂ ਕਰ ਦਿੱਤੇ, ਬਾਕੀ ਜਪਜੀ ਦੇ ਅਰਥ ਤਾਂ ਗੁਰੂ ਨਾਨਕ ਹੀ ਜਾਣਦੇ ਨੇ। ਬਾਣੀ ਦੇ ਅਰਥ ਨਹੀਂ ਕੋਈ ਕਰ ਸਕਦਾ। ਮਤਾਂ ਕੋਈ ਹੰਕਾਰ ਕਰੇ ਕਿ ਜੋ ਵਿਆਖਿਆ ਮੈਂ ਕਰ ਚੱਲਿਆ ਇਹ ਅਖੀਰਲੀ ਹੈ, ਕਿਉਂਕਿ ਬਾਣੀ ਦਾ ਇਹੀ ਸਰੂਪ ਨਹੀਂ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇੱਕ ਸਰੂਪ ਇਹਦਾ ਉਹ ਵੀ ਹੈ ਜਿਹੜਾ ਨਿਰਾਕਾਰ ਹੈ, ਜਿਹੜਾ ਆਕਾਰ ਤੋਂ ਰਹਿਤ ਹੈ। ਜਦੋਂ ਕੋਈ ਉਸ ਤਲ ਤੇ ਪਹੁੰਚ ਕੇ ਬਾਣੀ ਦਾ ਪਾਠ ਕਰਦਾ ਹੈ, ਫਿਰ ਇੱਕ ਸ਼ਬਦ ਤੇ ਹੀ ਟਿਕ ਜਾਂਦਾ, ਅੱਗੇ ਤਾਂ ਬੋਲਿਆ ਹੀ ਨਹੀਂ ਜਾਂਦਾ। ਉਹ ਪੂਰਾ ਸ਼ਬਦ ਵੀ ਪੜ੍ਹਨ ਤੋਂ ਅਸਮਰੱਥਾ ਪ੍ਰਗਟ ਕਰਦਾ ਵੀ ਇਸ ਤੋਂ ਅੱਗੇ ਨਹੀਂ ਚੱਲਿਆ ਜਾ ਸਕਦਾ, ਕਿਉਂਕਿ ਅਸਲੀ ਬਾਣੀ ਦੀ ਸਮਝ ਹੀ ਉਸ ਤੋਂ ਉਦੋਂ ਪੈਂਦੀ। ਸਤਿਗੁਰੂ ਕਿਰਪਾ ਕਰੇ ਅਸੀਂ ਬਾਣੇ ਦੇ ਧਾਰਨੀ ਹੋ ਕੇ ਅੰਮ੍ਰਿਤ ਛਕ ਕੇ ਆਪਣੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਇਹ ਜੋ ਐਡਾ ਕੀਮਤੀ ਨਾਮ ਸਤਿਗੁਰਾਂ ਨੇ ਦਿੱਤਾ ਹੈ, ਖਜ਼ਾਨਾ ਸਾਡੀ ਝੋਲੀ ਵਿੱਚ ਪਾਇਆ ਹੈ, ਇਹਦੀ ਕੀਮਤ ਨੂੰ ਪਹਿਚਾਣ ਸਕੀਏ। ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਰਬੱਤ ਸੰਗਤਾਂ ਦਾ। ਆਓ ਬੜੇ ਪਿਆਰ ਦੇ ਨਾਲ ਗੁਰੂ ਘਰ ਦੇ ਸਤਿਕਾਰਯੋਗ ਢਾਡੀ ਸਿੰਘਾਂ ਪਾਸੋਂ ਵੀਰ ਰਸੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।